ਐਸਾ ਕਿਹੜਾ ਸਰੋਕਾਰ ਆ ਜਿਹੜਾ ਉਧਰਲੀ ਧਰਤੀ ਤੇ ਇਧਰਲੀ ਧਰਤੀ ਨੂੰ ਇੱਕੋ ਜਿਹਾ ਕਰ ਦਿੰਦਾ? 1990 ਤੋਂ ਬਾਅਦ ਜਿਹੜੀਆਂ ਵਿਸ਼ਵ ਪੱਧਰ ਤੇ ਪੈਦਾ ਹੋਈਆਂ ਸਥਿਤੀਆਂ ਨੇ, ਜਾਂ ਆਪਾਂ ਕਹਿੰਦੇ ਗਲੋਬਲਾਈਜੇਸ਼ਨ, ਸੰਸਾਰੀਕਰਨ ਦੇ ਨਾਲ ਸੰਬੰਧਿਤ ਉਹ ਵਿਸ਼ੇ ਨੇ ਜਿਹੜੇ ਲਗਭਗ ਪੰਜਾਬੀ ਸ਼ਾਇਰ ਇਧਰੋਂ ਜਾ ਕੇ ਉਧਰ ਵਸੇ ਹੋਏ ਨੇ। ਤੁਹਾਡੇ ਲਈ ਕਵਿਤਾ ਕੀ ਹੈ? ਕਵਿਤਾ ਕਿਸੇ ਵੀ ਜਿਹੜੀ ਮੂਕ ਚੀਜ਼ ਆ, ਵਰਤਾਰਾ, ਧਿਰ ਜਾਂ ਕੋਈ ਵਿਸ਼ੇਸ਼ ਚਿੰਨ ਵਸਤੂ ਵੀ ਹੋ ਸਕਦੀ ਆ ਕੋਈ, ਉਸ ਮੂਕ ਦੀ ਆਵਾਜ਼ ਆ। ਮੇਰਾ ਸ਼ੰਦਾਨ ਜਦ ਵੀ ਚੇਤਿਆਂ ਦੇ ਖੋਲ ਲੈਂਦਾ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਵੀਰ ਤੇ ਪ੍ਰੋਗਰਾਮ ਹੈ ਸਾਹਿਤਿਕ ਤੰਦਾਂ। ਅਸੀਂ ਹਰ ਵਾਰ ਦੀ ਤਰ੍ਹਾਂ ਸਾਹਿਤਿਕ ਸਾਂਝ ਪਾਉਂਦੇ ਹਾਂ ਉਹਨਾਂ ਕਵੀਆਂ ਦੇ ਨਾਲ, ਉਹਨਾਂ ਲੇਖਕਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਲੇਖਣੀ ਦੇ ਨਾਲ ਸਮਾਜ ਨੂੰ ਸੇਧ ਦਿੱਤੀ ਆ ਤੇ ਸਾਹਿਤ ਦਾ ਜਿਹੜਾ ਖਜ਼ਾਨਾ ਹੈਗਾ ਉਹਨੂੰ ਆਪਣੀਆਂ ਰਚਨਾਵਾਂ ਦੇ ਨਾਲ ਭਰਪੂਰ ਕੀਤਾ। ਅੱਜ ਮੈਂ ਜਿਸ ਸ਼ਾਇਰ ਦੇ ਨਾਲ ਗੱਲਬਾਤ ਕਰਨ ਜਾ ਰਹੀ ਹਾਂ, ਜਾਂ ਜਿਨ੍ਹਾਂ ਦੀ ਮੈਂ ਗੱਲਬਾਤ ਹੁਣ ਸੁਣਨੀ ਵੀ ਆ ਤੇ ਤੁਹਾਨੂੰ ਵੀ ਸੁਣਾਉਣੀ ਆ, ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ, ਉਹਨਾਂ ਦਾ ਤਾਰਫ ਕਰਵਾਉਣ ਤੋਂ ਪਹਿਲਾਂ ਮੈਂ ਉਹਨਾਂ ਦੀ ਇੱਕ ਨਜ਼ਮ ਤੁਹਾਡੀ ਪੇਸ਼ੇ ਖਿਦਮਤ ਕਰਨਾ ਚਾਹੂੰਗੀ। ਨਜ਼ਮ ਹੈ: ਰੀਂਗਦਿਆਂ ਨੂੰ ਤੁਰਨ, ਤੁਰਦਿਆਂ ਨੂੰ ਵਗਣ, ਸੌਂ ਰਿਆਂ ਨੂੰ ਜਾਗਣ ਦੀ ਦੇ ਕੇ ਅਸੀਸ, ਉਜੜ ਜਾਓ ਦੇ ਸ਼ਰਾਪ ਅਗਲੀ ਉਦਾਸੀ ਲਈ, ਤੁਸਾਂ ਚੁਣ ਲਿਆ ਸੀ ਨਵਾਂ ਪੰਥ। ਇਹ ਉਸ ਸ਼ਾਇਰ ਦੀ ਇੱਕ ਨਜ਼ਮ ਹੈਗੀ ਆ ਜਿਹੜੀ ਮੈਂ ਤੁਹਾਡੀ ਪੇਸ਼ੇ ਖਿਦਮਤ ਕੀਤੀ ਆ। ਸੋ ਮੇਰੇ ਨਾਲ ਨੇ ਬਹੁਤ ਹੀ ਪਿਆਰੇ ਸ਼ਾਇਰ, ਮਕਬੂਲ ਸ਼ਾਇਰ ਗੁਰਜੰਟ ਰਾਜਿਆਣਾ ਜੀ। ਸੋ ਗੁਰਜੰਟ ਜੀ, ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਤੇ ਅੱਜ ਅਸੀਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ, ਜਿਹੜੀ ਸਾਂਝ ਪਾਉਣ ਜਾ ਰਹੇ ਹਾਂ ਤੁਹਾਡੇ ਨਾਲ, ਜਿਵੇਂ ਕਿ ਕਵਿਤਾ ਦੀ ਗੱਲ ਤੁਸੀਂ ਕੀਤੀ ਹੈ ਨਾ, ਤੁਹਾਡੀ ਪਲੇਠੀ ਜਿਹੜੀ ਕਵਿਤਾ ਹੈਗੀ ਆ ਉਹ ਆਈ ਹੈ, ਤੇ ਉਹਦੇ ਨਾਲ ਨਾਲ ਤੁਹਾਡੀ ਕਿਤਾਬ, ਉਸ ਤੋਂ ਪਹਿਲਾਂ ਤੁਸੀਂ ਕਾਫੀ ਚੀਜ਼ਾਂ ਦਾ ਸੰਪਾਦਨ ਵੀ ਕੀਤਾ ਹੈ ਨਾ, ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦਾ ਤੁਸੀਂ ਸੰਪਾਦਨ ਵੀ ਕੀਤਾ ਹੋਇਆ। ਸੋ ਗੁਰਜੰਟ ਜੀ, ਜਦੋਂ ਅਸੀਂ ਗੱਲਬਾਤ ਕਰਦੇ ਹਾਂ, ਕੋਈ ਵੀ ਸਾਹਿਤਕਾਰ ਹੈ, ਕਲਾਕਾਰ ਹੈ ਨਾ, ਜਦੋਂ ਵੀ ਉਹ ਆਪਣੀ ਕਲਮ ਦੇ ਨਾਲ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦਾ, ਉਸ ਤੋਂ ਪਹਿਲਾਂ ਅਸੀਂ ਉਹਦੇ ਪਿਛੋਕੜ ਵੱਲ ਜਾਂਦੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਗੁਰਜੰਟ ਦਾ ਜਿਹੜਾ ਪਿਛੋਕੜ ਹੈਗਾ ਉਹ ਕਿੱਥੋਂ ਤੁਸੀਂ ਕਿਸ ਸ਼ਹਿਰ ਦੇ ਨਾਲ, ਪਿੰਡ ਦੇ ਨਾਲ ਸੰਬੰਧ ਰੱਖਦੇ ਹੋ, ਤੇ ਉਹ ਜਿਹੜਾ ਬਚਪਨ ਦਾ ਉਹ ਸਫ਼ਰ ਹੈ ਅਸੀਂ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਜਸ ਪੰਜਾਬੀ ਦੀ ਪੂਰੀ ਟੀਮ ਦਾ ਤੁਹਾਡਾ, ਤੁਸੀਂ ਮੈਨੂੰ ਥਾਂ ਦਿੱਤੀ ਆਪਣੇ ਪ੍ਰੋਗਰਾਮ ਦੇ ਵਿੱਚ। ਮੇਰਾ ਪਿੰਡ ਰਾਜਿਆਣਾ ਜੀ, ਮੋਗਾ ਜ਼ਿਲ੍ਹਾ, ਤਹਿਸੀਲ ਬਾਘਾ ਪੁਰਾਣਾ। ਤੇ ਜੇਕਰ ਮੇਰੇ ਸਾਹਿਤਕ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਮੇਰਾ ਸਾਹਿਤਕ ਪਿਛੋਕੜ ਕੋਈ ਨਹੀਂ ਹੈਗਾ। ਮੇਰੀਆਂ ਪੁਸਤਾਂ ਦੇ ਵਿੱਚ ਵੀ ਕੋਈ ਨਹੀਂ ਪੜ੍ਹਿਆ ਲਿਖਿਆ ਸੀਗਾ। ਮੈਂ ਪਹਿਲਾ ਹੀ ਬੰਦਾ ਜਿਹੜਾ ਘਰ ਤੋਂ ਪੜ੍ਹਨ ਨਿਕਲਿਆ ਸੀਗਾ, ਤੇ ਖੈਰ ਹਾਲੇ ਤੱਕ ਨਿਕਲੇ ਹੀ ਹੋਇਆ। ਤੇ ਤੁਹਾਡਾ ਜਿਹੜਾ ਜਨਮ ਹੋਇਆ ਉਹ ਕਿਸ ਜਗ੍ਹਾ ਦਾ ਜਨਮ ਹੋਇਆ? ਹਾਂਜੀ, ਮੇਰਾ ਜਨਮ ਪਿੰਡ ਰਾਜਿਆਣੇ 'ਚ ਹੀ ਹੋਇਆ। ਮੇਰੇ ਦਾਦਕੇ ਘਰ ਹੀ ਹੋਇਆ ਜੀ। ਤੇ ਮੇਰੇ ਪਾਲਣ ਪੋਸ਼ਣ ਦੇ ਵਿੱਚ ਵੀ ਜ਼ਿਆਦਾਤਰ ਮੇਰਾ ਜਿਹੜਾ ਪਾਲਣ ਪੋਸ਼ਣ ਪਹਿਲਾਂ ਦਾਦੀ ਤੇ ਫਿਰ ਮਾਂ, ਕਿਉਂਕਿ ਮੇਰੇ ਮਾਤਾ ਜੀ, ਮੇਰੇ ਤਾਇਆ ਜੀ ਦੇ ਨਾਲ ਉਹਨਾਂ ਦੀ ਮਤਲਬ ਵਿਆਹ ਹੋਇਆ ਪਹਿਲਾਂ ਉਹਨਾਂ ਦਾ। ਮੇਰੇ ਤਾਇਆ ਜੀ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਉਹਨਾਂ ਦਾ ਜਿਹੜਾ ਵਿਆਹ ਮੇਰੇ ਚਾਚਾ ਜੀ ਦੇ ਨਾਲ ਹੋਇਆ। ਚਾਚਾ ਜੀ ਦੇ ਮੈਂ ਤੇ ਮੇਰੀ ਭੈਣ, ਇਹਨਾਂ ਚੋਂ 2 ਬੱਚੇ ਆ, ਤੇ 3 ਮੇਰੇ ਭਰਾ, ਉਹ ਮੇਰੇ ਤਾਇਆ ਜੀ ਤੋਂ, ਮਤਲਬ ਸਾਡੀ ਮਾਂ ਇੱਕ ਆ ਜੀ। ਤੇ ਉਹ ਜਿਹੜੇ ਮੇਰੇ ਵੱਡੇ ਭਰਾ ਨੇ ਉਹ ਉਸੇ ਤਰ੍ਹਾਂ ਮਤਲਬ ਉਹਨਾਂ ਨੂੰ ਚਾਚਾ ਮੰਨਦੇ ਨੇ, ਤੇ ਮੈਂ ਤੇ ਮੇਰੀ ਭੈਣ, ਖੈਰ ਮੈਂ ਤਾਂ ਸਾਰੇ ਅਸੀਂ ਭੈਣ ਭਰਾ, ਮੈਂ ਉੱਦਾਂ ਹੀ ਮੰਨਦਾ ਜੀ। ਇਸ ਪਰਿਵਾਰਕ ਜਿਹੜਾ ਮਾਹੌਲ ਹੈ, ਇਹਦੇ ਨਾਲ ਨਾਲ ਤੁਸੀਂ ਸਕੂਲ ਤੱਕ ਗਏ, ਉਸ ਸਮੇਂ ਕੋਈ ਗਤੀਵਿਧੀ ਐਸੀ ਹੋਈ ਹੋਵੇ ਜਿਹੜੀ ਬਚਪਨ ਤੋਂ ਗੁਰਜੰਟ ਨੂੰ ਮਨ 'ਚ ਚੇਟਕ ਲਾ ਗਈ ਹੋਵੇ ਕਿ ਅੱਗੇ ਕੁਝ ਲਿਖਣਾ ਜਾਂ ਕੁਝ ਅੱਗੇ ਹੋਰ ਕਰਨਾ ਸਾਹਿਤ ਲਈ? ਜੀ, ਇਹ ਕਿਤਾਬ ਮੇਰੀ ਪਹਿਲੀ ਕਿਤਾਬ ਆ, ਸੁਲਗ ਦੇ ਸਫ਼ਰ ਤੇ। ਇਹਦੀ ਭੂਮਿਕਾ 'ਚ ਵੀ ਮੈਂ ਕਿਤਾਬ, ਮਾਂ, ਮੈਂ ਤੇ ਕਵਿਤਾ, ਇਹਦੇ ਸੰਦਰਭ ਦੇ ਵਿੱਚ ਹੀ ਇਹ ਗੱਲਾਂ ਲਿਖੀਆਂ ਨੇ ਕਿ ਇੱਕ ਹੁੰਦਾ ਨਾ ਕਿ ਪੜ੍ਹਨ ਦਾ, ਜਿੱਥੋਂ ਮੈਂ ਆ ਰਿਹਾ, ਮਤਲਬ ਜਿੱਥੋਂ ਜਿਹੜੀ ਸੁਸਾਇਟੀ 'ਚ ਮੈਂ ਰਹਿਣਾ, ਜਿਹੜੇ ਸਮਾਜ 'ਚ ਰਹਿਣਾ, ਉੱਥੇ ਨਾ ਤਾਂ ਕੋਈ ਕਲਾ ਦੀ ਕਮੀ ਹੁੰਦੀ ਆ, ਸਾਰਾ ਕੁਝ ਜਿੰਨਾ ਆਮ ਮਨੁੱਖ ਨੂੰ ਮਿਲਦਾ ਉਨਾ ਹੀ ਉੱਥੇ ਹੁੰਦਾ। ਪਰ ਕਿਸੇ ਮਨੁੱਖ ਦੀ ਸਿੱਖਿਆ ਜਾਂ ਉਹਦੇ ਅੱਗੇ ਜਾਣ ਤੇ ਉਹਨੂੰ ਮਿਲੇ ਹੋਏ ਮੌਕਿਆਂ ਦੀ ਗੱਲ ਕਰਦੇ ਜੀ, ਬਿਲਕੁਲ ਉਹ ਮੌਕੇ ਬਹੁਤ ਮਾਇਨੇ ਰੱਖਦੇ ਨੇ। ਤਾਂ ਮੇਰੇ ਨਾਲ ਦੇ ਵੀ ਜਿਹੜੇ ਦੋਸਤ ਸੀਗੇ, ਮਤਲਬ ਕਾਫੀ ਪੜ੍ਹਨ ਵਾਲੇ ਸੀਗੇ, ਪਰ ਜਿਵੇਂ ਜਿਵੇਂ ਗਰੀਬ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਤੇ ਉਹ ਹਟਦੇ ਗਏ। ਪਰ ਮੈਨੂੰ ਜ਼ਿੱਦ ਕਹਿ ਲਓ ਜਾਂ ਮੇਰਾ ਜਨੂਨ ਕਹਿ ਲਓ, ਉਹ ਮੇਰੇ ਮਾਤਾ ਜੀ
ਚਾਹੁੰਦੇ ਸੀਗੇ ਕਿ ਮੈਂ ਪੜਾਂ। ਘਰ 'ਚ ਕੋਈ ਵੀ ਪੜ੍ਹਿਆ ਨਹੀਂ ਸੀਗਾ ਤੇ ਮੈਂ ਕਿਤਾਬ 'ਚ ਵੀ ਲਿਖਿਆ ਕਿ ਮੈਂ ਉਹਨਾਂ ਦੀ ਉਂਗਲ ਦੇ ਨਾਲ ਸਦਾ ਹੀ ਲੱਗਾ ਰਹਿੰਦਾ ਸੀਗਾ। ਉਹ ਘਰਾਂ 'ਚ ਕੰਮ ਕਰਨ ਜਾਂਦੀ ਸੀ ਮਾਂ, ਤੇ ਉੱਥੇ ਹੀ ਮੈਂ ਜ਼ਿਕਰ ਕੀਤਾ ਇਸ ਗੱਲ ਦਾ ਕਿ ਇੱਕ ਵਾਰ ਕੀ ਹੋਇਆ ਕਿ ਕਿਸੇ ਘਰ ਦੇ ਵਿੱਚ ਕੰਮ ਕਰ ਰਹੀ ਸੀ ਮਾਤਾ ਜੀ, ਮੈਂ ਉੱਥੇ ਗਿਆ ਹੋਇਆ ਸੀਗਾ। ਉਸ ਘਰ ਦੇ ਵਿੱਚ ਮਾਸਟਰ ਮਹਿਮਾਨ ਲਗਾਤਾਰ ਆਉਂਦਾ ਰਹਿੰਦਾ ਹੁੰਦਾ ਸੀਗਾ, ਤੇ ਉਹ ਠੰਡਾ ਪੀ ਰਹੇ ਸੀਗੇ ਸੋਡਾ, ਉਹ ਕੁੱਤੇ ਦਾ ਜੂਠਾ ਸੋਡਾ ਉਹਨੇ ਮੈਨੂੰ ਦੇਤਾ। ਉਹ ਮਾਤਾ ਦੀ ਨਿਗਾਹ ਸੀਗੀ, ਉਹਨੇ ਮੇਰੇ ਹੱਥ 'ਚੋਂ ਫੜ ਕੇ ਗਲਾਸ ਕੰਧ ਨਾਲ ਮਾਰਿਆ, ਨਾਲ ਟੋਕਰੀ ਵੀ ਮਾਰੀ ਕਿ ਅਸੀਂ ਕੰਮ ਨਹੀਂ ਕਰਨਾ। ਤੁਹਾਡੀ ਹਿੰਮਤ ਕਿਵੇਂ ਹੋਈ, ਤੇਰੀ ਹਿੰਮਤ ਕਿਵੇਂ ਹੋਈ ਮੇਰੇ ਪੁੱਤ ਨੂੰ ਇਸ ਤਰ੍ਹਾਂ ਕਤੀੜ ਦਾ ਜੂਠਾ ਦੇਣ। ਇਹ ਜਿਹੜਾ ਸਮਾਜਿਕ ਤਾਣਾ ਬਾਣਾ, ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਕਿ ਜਦੋਂ ਕਿਸੇ ਨੂੰ ਹਾਸ਼ੀਆਗਤ ਕਹਿੰਦੇ ਹੁੰਦੇ ਆ ਨਾ ਕਿ ਅਸੀਂ ਬਿੰਦੂ ਤੇ ਤੱਕ ਦਿੰਦੇ ਹੋ, ਹਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਫਿਰ ਗੁਰਜੰਟ ਨੇ ਇਹ ਮਾਹੌਲ ਵੇਖਿਆ ਬਚਪਨ ਦਾ, ਹਨਾ, ਇਹ ਜਿਹੜੀ ਫਿਰ ਕਰੂੰਬਲ ਆ ਅੰਦਰ ਤੁਹਾਡੇ ਇੱਕ ਨਾ ਕਹਿੰਦੇ ਹੁੰਦੇ ਆ ਕਿ ਕੋਈ ਕੁਝ ਭੜਕ ਜਾਂਦਾ ਹੈ, ਹਨਾ, ਤੁਸੀਂ ਤੁਹਾਡੇ ਅੰਦਰ ਇੱਕ ਚਿੰਗ ਲੱਗ ਜਾਂਦੀ ਹੈ ਵੀ ਅਸੀਂ ਕੁਝ ਕਰਨਾ ਹੈਗਾ, ਸਾਡੇ ਕੋਲ ਜੇ ਸਾਨੂੰ ਕਿਸੇ ਨੇ ਧਕੇਲਿਆ ਤ੍ਰਿਸਕਾਰਿਆ ਤਾਂ ਉਹਦੀ ਸਾਡੇ ਅੰਦਰ ਕੁਝ ਨਾ ਕੁਝ ਰਹਿ ਜਾਂਦਾ, ਕੁਝ ਕਣ ਰਹਿ ਜਾਂਦੇ ਆ, ਹਨਾ। ਤਾਂ ਫਿਰ ਜਿਹੜਾ ਗੁਰਜੰਟ ਹੈ, ਗੁਰਜੰਟ ਦੇ ਅੰਦਰ ਕਦੋਂ ਕਰੂੰਬਲ ਫੁੱਟੀ, ਜਦੋਂ ਇਹ ਸਾਰਾ ਮਾਹੌਲ ਵੇਖਿਆ? ਜੀ ਬਿਲਕੁਲ ਸੰਵੇਦਨਸ਼ੀਲ ਤਾਂ ਮੇਰਾ ਜਿਹੜਾ ਸੁਭਾਅ, ਖੈਰ ਮੇਰਾ ਪਰਿਵਾਰ ਸਾਰਾ ਹੀ ਇਸ ਤਰ੍ਹਾਂ ਦਾ, ਪਰ ਇੱਕ ਤਰ੍ਹਾਂ ਦੀ ਉਹ ਸ਼ੇਪ ਦੇਣੀ ਹੁੰਦੀ ਆ ਤੁਹਾਡੇ ਅਨੁਭਵ ਨੇ ਜਾਂ ਤੁਹਾਡੇ ਆਸੇ-ਪਾਸੇ ਦੇ ਵਾਤਾਵਰਨ ਨੇ। ਤਾਂ ਇਸੇ ਘਟਨਾ ਤੋਂ ਹੀ ਮੈਂ ਕਹਿ ਸਕਦਾ ਕਿ ਮੈਂ ਕਵੀ ਹੋ ਗਿਆ। ਤਾਂ ਉਸ ਘਰੋਂ ਅਸੀਂ ਬਾਹਰ ਨਿਕਲੇ ਤਾਂ ਮੇਰੀ ਮਾਤਾ ਜੀ ਨੇ ਇਹ ਗੱਲ ਕਹੀ ਕਿ ਤੈਨੂੰ ਰਸਤੇ ਵਿੱਚ ਕਦੇ ਕੋਈ ਕੁਝ ਲਿਖਿਆ ਮਿਲ ਜੇ ਨਾ, ਉਹਨੂੰ ਪੜ੍ਹਦੀ, ਜੋ ਵੀ ਤੈਨੂੰ ਲਿਖਿਆ ਮਿਲ ਜੇ। ਤੇ ਮੇਰੇ ਨਾਲ ਹੁੰਦਾ ਵੀ ਇਸ ਤਰ੍ਹਾਂ ਹੀ ਰਿਹਾ। ਸਕੂਲ 'ਚ ਵੀ ਮੈਨੂੰ ਜੋ ਕੁਝ ਮਿਲ ਜਾਣਾ, ਕਿਤੇ ਵੀ ਮਿਲ ਜਾਣਾ, ਮੈਂ ਪੜ੍ਹਨਾ। ਤੇ ਉਸ ਦਿਨ ਹੀ ਮੇਰੇ ਸਿਲੇਬਸ 'ਚ ਕਵਿਤਾ ਸੀਗੀ, ਹੇ ਮੇਰੇ ਦਾਤਾ ਹੇ ਕਰਤਾਰ। ਮੈਨੂੰ ਉਹਦੀ ਤੀਜੀ ਚੌਥੀ ਦੀ ਕਵਿਤਾ ਇਹ, ਹੇ ਮੇਰੇ ਦਾਤਾ ਹੇ ਕਰਤਾਰ, ਦਿੱਤੀਆਂ ਦਾਤਾਂ ਲੱਖ ਹਜ਼ਾਰ, ਦੇ ਸਾਨੂੰ ਵਿਦਿਆ ਦਾ ਦਾਨ, ਪੜ੍ਹ ਲਿਖ ਬਣੀਏ ਸੁਗੜ ਸਜਾਨ। ਇਹ 4 ਸਤਰਾਂ ਮੈਨੂੰ ਅੱਜ ਵੀ ਯਾਦ ਨੇ। ਤਾਂ ਉਹ ਮੇਰੇ ਉਸ ਚੀਜ਼ ਨੇ ਖਲਲ ਦਿਮਾਗ 'ਚ ਪਾਇਆ ਜੋ ਉੱਥੇ ਦ੍ਰਿਸ਼ ਦੇਖਿਆ ਸੀਗਾ ਮੈਂ। ਤਾਂ ਮੈਂ ਘਰੇ ਆ ਕੇ ਉਹਦੀ ਇੱਕ ਸਤਰ ਹੇ ਮੇਰੇ ਦਾਤਾ ਹੇ ਕਰਤਾਰ, ਦੂਜੀ ਸਤਰ ਮੇਰੀ ਇਹ ਸੀ ਕਿ ਸਾਨੂੰ ਮਾਰਨ ਵਾਲੇ ਮਾਰ। ਤਾਂ ਉਹ ਪ੍ਰਤੀਰੋਧ ਜਾਂ ਉਹ ਇੱਕ ਗਿਲਾ ਸੀ ਜਾਂ ਉਹ ਤਿਰਸਕਾਰ ਨੂੰ ਤੋੜਨ ਦਾ ਜਿਹੜਾ ਬਿੰਬ ਸੀਗਾ ਉਹ ਮੇਰੇ ਮਨ ਦੇ ਵਿੱਚ ਉਦੋਂ ਹੀ ਉਗੜ ਆਇਆ ਸੀਗਾ। ਤਾਂ ਮੈਨੂੰ ਲੱਗਦਾ ਕਿ ਮੈਂ ਉਸ ਦਿਨ ਕਵੀ ਹੋ ਗਿਆ ਸੀਗਾ। ਗੁਰਜੰਟ ਜੀ, ਕਿਹਾ ਜਾਂਦਾ ਕਿ ਜਦੋਂ ਜਿਸ ਔਰੇ ਦੇ ਵਿੱਚ ਤੁਸੀਂ ਰਹਿੰਦੇ ਹੋ, ਵਾਤਾਵਰਨ ਦੇ ਵਿੱਚ ਰਹਿੰਦੇ ਹੋ, ਕੋਈ ਨਾ ਕੋਈ ਐਸੀ ਘਟਨਾ ਹੁੰਦੀ ਹੈ ਜਿਹੜੇ ਇਨਸਾਨੀ ਮਨ ਨੂੰ ਤਕਲੀਫ ਦਿੰਦੀ ਹੈ, ਜਿੱਥੋਂ ਤੁਸੀਂ ਨਾਬਰ ਹੋ ਜਾਂਦੇ ਹੋ ਕਿ ਨਹੀਂ ਹੁਣ ਇਹ ਚੀਜ਼ਾਂ ਰਹਿਣੀਆਂ ਨਹੀਂ ਚਾਹੀਦੀਆਂ। ਚਾਹੇ ਅਸੀਂ ਬਹੁਤ ਪੜ੍ਹ ਲਿਖ ਗਏ ਹਾਂ, ਸਮਾਜ ਦੇ ਵਿੱਚ ਹਲੇ ਵੀ ਬਹੁਤ ਸਾਰੀਆਂ ਨੁੱਕਰਾਂ ਐਸੀਆਂ ਨੇ ਜਿੱਥੇ ਸਮਾਜ ਦੇ ਵਿੱਚ ਇਨਸਾਨ ਨੂੰ ਇਨਸਾਨ ਹੋਣ ਦਾ ਦਰਜਾ ਵੀ ਨਹੀਂ ਮਿਲਦਾ, ਹੈ ਨਾ। ਤੇ ਜਦੋਂ ਫਿਰ ਗੁਰਜੰਟ ਨੇ ਬਚਪਨ ਦੇ ਵਿੱਚ ਇੰਨੀਆਂ ਵਧੀਕੀਆਂ ਨੂੰ ਵੇਖਿਆ, ਆਸ-ਪਾਸ ਜਿਹੜਾ ਊਚ ਨੀਚ ਦਾ ਵਰਤਾਰਾ ਵੇਖਿਆ, ਹੈ ਨਾ, ਉਹਦੇ ਵਿੱਚ ਜਿਹੜੀ ਗੁਰਜੰਟ ਨੂੰ ਚੇਟਕ ਲੱਗੀ ਤਾਂ ਸਭ ਤੋਂ ਪਹਿਲਾਂ ਕਿਹੜੀ ਕਵਿਤਾ ਜਿਹੜੀ ਗੁਰਜੰਟ ਨੇ ਆਪਣੀ ਨਿੱਜੀ ਲਿਖੀ, ਜਿਹ 'ਚ ਲੱਗਿਆ ਕਿ ਇਹ 'ਚ ਮੈਂ ਆਪਣਾ ਦਰਦ ਬਿਆਨ ਕਰ ਰਿਹਾ? ਹਾਂਜੀ, ਬਚਪਨ ਤੋਂ ਲੈ ਕੇ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਹੜਾ ਬੀਜ ਰੂਪ ਹੁੰਦਾ ਇੱਕ ਇਹ ਫੁੱਟ ਗਿਆ ਉਹ ਕਵਿਤਾ ਤੋਂ, ਜਿਵੇਂ ਮੈਂ ਕਿਹਾ ਕਿ ਸਾਨੂੰ ਮਾਰਨ ਵਾਲੇ ਮਾਰ। ਉਸ ਤੋਂ ਬਾਅਦ ਦੇ ਵਿੱਚ 5ਵੀਂ ਕਲਾਸ ਕਰਨ ਤੋਂ ਬਾਅਦ ਮੈਂ ਮਤਲਬ ਚਾਹ ਵਾਲੇ ਹੋਟਲ ਤੇ ਲੱਗ ਗਿਆ ਬਾਗੇ ਪੁਰਾਣੇ। ਤੇ ਉਹ ਮੈਂ ਕੰਮ ਕਰਦਾ ਨਾਲ ਹੀ ਇੱਕ ਕਬਾੜ ਦੀ, ਇਹ ਕਈ ਇੰਟਰਵਿਊਆਂ 'ਚ ਮੈਂ ਪਹਿਲਾਂ ਦੱਸੀ ਵੀ ਇਹ ਗੱਲ, ਖੈਰ ਮੈਂ ਦੁਹਰਾਉਣਾ ਨਹੀਂ ਚਾਹੁੰਦਾ, ਪਰ ਮੈਨੂੰ ਉੱਥੇ ਉਸ ਕਬਾੜ 'ਚੋਂ ਕਿਤਾਬਾਂ ਮਿਲਣੀਆਂ ਸ਼ੁਰੂ ਹੋ ਗਈਆਂ। ਪਹਿਲਾਂ ਮੈਂ ਅਖਬਾਰ ਪੜ੍ਹਦਾ ਸੀਗਾ, ਅਖਬਾਰ ਸਾਡੇ ਘਰਾਂ ਕੋਲ ਦੁਕਾਨ ਸੀ, ਉੱਥੇ ਅਖਬਾਰ ਆਉਂਦਾ ਸੀਗਾ ਤੇ ਮੈਂ ਉੱਥੋਂ ਮਤਲਬ ਪੜ੍ਹਦਾ ਸੀ ਅਖਬਾਰ। ਫਿਰ ਰੱਦੀ ਖਰੀਦਣ ਲੱਗ ਗਏ ਅਸੀਂ, ਮੈਂ ਤੇ ਮੇਰਾ ਦੋਸਤ। ਅੱਜ ਵੀ ਸਾਡੇ ਕੋਲ ਮਤਲਬ ਕਿਲੋਆਂ ਦੇ ਹਿਸਾਬ ਦੇ ਨਾਲ ਉਹ ਕਟਿੰਗਸ ਪਈਆਂ ਨੇ। ਤੇ ਮੈਨੂੰ ਯਾਦ ਆ ਕਿ ਮੈਂ ਕਿਰਪਾਲ ਕਜ਼ਾਕ ਹੋਣਾ ਦੇ ਬਾਰੇ ਲਿਖਿਆ ਆਰਟੀਕਲ ਸੀਗਾ ਇੱਕ, ਮੈਂ ਪੜ੍ਹਿਆ। ਤਾਂ ਮੈਂ ਸੋਚਿਆ ਕਿ ਇੰਨਾ ਘੱਟ ਪੜ੍ਹਿਆ ਲਿਖਿਆ ਬੰਦਾ ਐਡਾ ਵੱਡਾ ਸਾਹਿਤਕਾਰ ਬਣ ਸਕਦਾ ਤੇ ਫਿਰ ਮੈਂ ਵੀ ਸ਼ਾਇਰ ਬਣ ਸਕਦਾ। ਕਿ ਜਦੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ, ਤੁਸੀਂ ਕਿਰਪਾਲ ਕਜ਼ਾਕ ਸਾਹਿਬ ਦੀਆਂ, ਜਿਹਨਾਂ ਦਾ ਬਹੁਤ ਅੱਛਾ ਨਾਮ ਹੈ ਪੰਜਾਬੀ ਸਾਹਿਤ ਦੇ ਵਿੱਚ, ਹਨ, ਤੁਸੀਂ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ, ਕਿਤਾਬ ਹੱਥ ਲੱਗੀ। ਮੈਂ ਚਾਹੁੰਦੀ ਹਾਂ ਕਿ ਦਰਸ਼ਕਾਂ ਨਾਲ ਉਹ ਗੱਲ ਸ਼ੁਰੂ ਤੋਂ ਸ਼ੁਰੂ ਕੀਤੀ ਜਾਵੇ। ਹਾਂਜੀ, ਉਹ ਆਰਟੀਕਲ ਮੈਂ ਪੜ੍ਹਿਆ ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਲੱਗਾ ਕਿ ਵੀ ਸਾਡੇ ਵਰਗੇ ਬੰਦੇ ਵੀ ਅੱਗੇ ਜਾ ਸਕਦੇ ਆ, ਪੜ੍ਹ ਸਕਦੇ ਆ, ਵੀ ਇੰਨਾ ਕੁ ਪੜ੍ਹ ਕੇ ਵੀ ਕੁਝ ਬਣ ਸਕਦਾ।
ਉਹ ਫਿਰ 5ਵੀਂ ਜਮਾਤ ਤੋਂ ਬਾਅਦ ਮੈਂ ਕੰਮ ਕਰ ਰਿਹਾ ਸੀਗਾ ਹੋਟਲ ਤੇ, ਉਹ ਨਾਲ ਦੇਵ ਕੁਵਾੜੀਆ ਸਾਡੇ ਬਾਗੇ ਪੁਰਾਣੇ, ਤੇ ਉੱਥੋਂ ਮੈਂ ਕਿਤਾਬਾਂ ਚੱਕਣੀਆਂ ਸ਼ੁਰੂ ਕਰਤੀਆਂ। ਮੈਂ ਚਾਹ ਦੇਣ ਜਾਂਦਾ ਸੀ ਤੇ ਕਿਤਾਬ ਲੈ ਆਉਂਦਾ ਸੀਗਾ। ਇਹ ਕੋਈ 25 ਸਾਲ ਪਹਿਲਾਂ 20 ਸਾਲ ਦੇ ਵਿੱਚ ਦੀ ਗੱਲ ਹੋਏਗੀ। ਤੇ ਉਹ ਫਿਰ ਮੈਨੂੰ ਕੋਈ ਅਧੂਰੀ ਕਿਤਾਬ ਮਿਲ ਜਾਣੀ, ਜਾਸੂਸੀ ਨਾਵਲ ਮਿਲ ਜਾਣੇ, ਤਾਂ ਇਸ ਤਰ੍ਹਾਂ ਮੈਂ ਪੜ੍ਹਦਾ ਗਿਆ ਤੇ ਉੱਥੋਂ ਮਤਲਬ ਜਨੂਨ ਪੈਦਾ ਹੋ ਗਿਆ। ਉਹ ਰਾਤ ਨੂੰ ਮੈਂ ਆ ਕੇ ਪੜ੍ਹਨਾ। ਮੇਰੇ ਵੱਡੇ ਭਰਾ ਦੀ ਇੱਕ ਅਲਮਾਰੀ ਬਣੀ ਹੋਈ ਸੀ ਤੇ ਮੈਨੂੰ ਉੱਥੇ ਕਿਤਾਬਾਂ ਮੈਂ ਰੱਖਣ ਲੱਗ ਗਿਆ। ਤਾਂ ਉਹ ਮੈਨੂੰ ਅੱਜ ਵੀ ਮਤਲਬ ਮੈਨੂੰ ਬਹੁਤ ਸਕੂਨ ਮਿਲਦਾ। ਮੇਰੀ ਆਪਣੀ ਲਾਇਬ੍ਰੇਰੀ, ਖੈਰ ਮੇਰੀ ਲਾਇਬ੍ਰੇਰੀ 'ਚ ਹੁਣ 4000 ਕਿਤਾਬ ਹੋ ਗਈ। ਤੇ ਉਹ ਮੈਂ ਮਤਲਬ ਮੇਰਾ ਉਹ ਜਨੂਨ ਵੱਧਦਾ ਗਿਆ। ਤਾਂ ਇੱਕ ਦਿਨ ਕੀ ਹੋਇਆ ਕਿ ਬਾਪੂ ਜਿਹੜਾ ਹੋਟਲ ਵਾਲਾ ਸੀਗਾ, ਮੈਂ ਕੰਮਕਾਰ ਛੱਡ ਕੇ ਕਿਤਾਬਾਂ ਉੱਥੇ, ਇੱਕ ਦਿਨ ਇਸ ਤਰ੍ਹਾਂ ਦੀਆਂ ਕਿਤਾਬਾਂ ਆ ਗਈਆਂ ਬੜੀ ਚੰਗੀ ਹਾਲਤ ਦੇ ਵਿੱਚ, ਤੇ ਉਹਦੇ ਵਿੱਚ ਸ਼ੇਖ ਕੁਮਾਰ ਹੋਣਾ ਦੀਆਂ ਕਿਤਾਬਾਂ ਵੀ ਸੀਗੀਆਂ ਤੇ ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ ਹੋਣਾ ਦੇ ਨਾਵਲ ਵੀ ਸੀਗੇ। ਤਾਂ ਮੈਂ ਕਿਤਾਬਾਂ ਦੇ ਵਿੱਚ ਇੰਨਾ ਉਲਝ ਗਿਆ। ਇੱਕ ਮੈਂ ਵਾਰਤਕ ਟੋਟਾ ਵੀ ਹੈ। ਤੁਸੀਂ, ਮੈਂ ਇੱਥੇ ਪੁੱਛਣਾ ਚਾਹੂੰਗੀ, ਗੱਲ ਦੇ ਨਾਲ ਗੱਲ ਜੁੜਦੀ ਹੈ ਕਿ ਜਿਵੇਂ ਤੁਸੀਂ ਕਵਿਤਾ ਵੱਲ ਵਧੇ ਹੋ, ਕਿਹਾ ਜਾਂਦਾ ਕਿ ਜਦੋਂ ਸਭ ਤੋਂ ਪਹਿਲਾਂ ਇਨਸਾਨ ਦੇ ਅੰਦਰ ਲਿਖਣ ਦੀ ਚੇਟਕ ਲੱਗੇ ਤਾਂ ਉਹ 2 ਲਾਈਨਾਂ ਉਹਦੀਆਂ ਕਵਿਤਾ ਚ ਆਉਂਦੀਆਂ। ਤੁਸੀਂ ਕਵਿਤਾ ਤੋਂ ਬਿਨਾਂ ਸਾਹਿਤ ਦੀ ਕਿਹੜੀ ਵਿਧਾ ਤੇ ਹੱਥ ਅਜ਼ਮਾਇਆ ਹੈਗਾ? ਕਵਿਤਾ ਤੋਂ ਬਿਨਾਂ ਮੈਂ ਵਾਰਤਕ, ਮੇਰੀ ਵਾਰਤਕ ਨੂੰ ਬਹੁਤ ਕਬੂਲਿਆ ਗਿਆ ਪਾਠਕਾਂ ਵੱਲੋਂ। ਕਿਸ ਰੰਗ ਦਾ ਪ੍ਰਭਾਵ ਹੈ ਮਲਵਈ ਖੇਤਰ ਦਾ, ਜਾਂ ਕਹਿ ਦਈਏ ਕਿ ਤੁਸੀਂ ਸਮਾਜ ਦੇ ਵਿੱਚ ਕਿਸੇ ਵੀ ਨੁੱਕਰ 'ਚ ਕੋਈ ਹਾਸ਼ੀਆਗਤ ਲੋਕ ਹੈਗੇ ਆ ਜਿਹੜੇ, ਹੈ ਨਾ, ਜਾਂ ਜਿਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ, ਉਹ ਕਿਹੜੇ ਲੋਕ ਨੇ ਜਿਹੜੇ ਤੁਹਾਨੂੰ ਉਕਸਾਉਂਦੇ ਨੇ ਕਿ ਨਹੀਂ ਗੁਰਜੰਟ ਨੂੰ ਇਹਨਾਂ ਬਾਰੇ ਲਿਖਣਾ ਚਾਹੀਦਾ? ਜੀ, ਖਾਸ ਤੌਰ ਤੇ ਮੇਰੀ ਕਵਿਤਾ ਦਾ ਜਿਹੜਾ ਔਰਾ ਹੈ ਤੇ ਮੇਰੀ ਵਾਰਤਕ ਦਾ ਔਰਾ ਵੀ ਲਗਭਗ ਉਹੀ ਆ। ਕਈ ਚਿੰਤਕਾਂ ਨੇ ਲਿਖਿਆ ਕਿ ਮੇਰੀ ਵਾਰਤਕ ਕਵਿਤਾ ਕਹਿੰਦੀ ਆ ਤੇ ਮੇਰੀ ਕਵਿਤਾ ਕਹਾਣੀ ਕਹਿੰਦੀ ਆ, ਹਨਾ। ਤੇ ਉਹ ਮੇਰੇ ਜਿਹੜੇ ਅਨੁਭਵ ਨੇ, ਨਿੱਜੀ ਅਨੁਭਵਾਂ ਦੇ ਵਿੱਚੋਂ ਉਹ ਜਿਹੜੇ ਬਰਤਾਂਤ ਆਉਂਦੇ ਨੇ, ਸਵੈ ਬਰਤਾਂਤ ਮੈਂ ਤਕਰੀਬਨ 8-9 ਦੇ ਆਸ-ਪਾਸ ਲਿਖੇ ਨੇ। ਬਹੁਤ ਵੱਡੇ ਜਿਹੜੇ ਵਾਰਤਕਕਾਰ ਨੇ ਉਹਨਾਂ ਨੂੰ ਸਲਾਹਿਆ ਤੇ ਮੈਨੂੰ ਫੋਨ ਕਰਕੇ ਮਤਲਬ ਮੇਰੀ ਹੌਸਲਾ ਅਫਜ਼ਾਈ। ਗੁਰਜੰਟ ਜੀ, ਮੇਰਾ ਇੱਕ ਸਵਾਲ ਹੈ ਕਿ ਕਿਹੜੀ ਵਿਧਾ ਜਿਹੜੀ ਤੁਹਾਨੂੰ ਕਹਿੰਦੀ ਹੈ ਕਿ ਨਹੀਂ ਇਹ ਹੁਣੇ ਹੀ ਲਿਖੀ ਜਾਣੀ ਚਾਹੀਦੀ ਹੈ? ਸਭ ਤੋਂ ਪਹਿਲਾਂ ਕਵਿਤਾ ਵੱਲ ਮੁੜਦੇ ਹੋ, ਜਾਂ ਫਿਰ ਤੁਹਾਨੂੰ ਲੱਗਦਾ ਕਿ ਮੈਂ ਖੁੱਲੀ ਕਵਿਤਾ ਲਿਖ ਦਿੰਨਾ, ਜਾਂ ਫਿਰ ਕੋਈ ਕਹਾਣੀ ਦਾ ਰੂਪ ਦਿੰਦੇ ਹੋ ਤੁਸੀਂ? ਮੈਨੂੰ ਲੱਗਦਾ ਕਿ ਜਦੋਂ ਵੀ ਸਾਡੇ ਅੰਦਰੋਂ ਕੋਈ ਕਿਸੇ ਸਾਹਿਤਕ ਰਚਨਾ ਨੇ ਜਨਮ ਲੈਣਾ ਹੁੰਦਾ ਨਾ, ਉਹ ਆਪਣਾ ਰੂਪ ਆਪ ਹੀ ਲੈ ਕੇ ਆਉਂਦੀ ਆ। ਜਿਵੇਂ ਮੇਰੀ ਖੁੱਲੀ ਕਵਿਤਾ ਦੀ ਕਿਤਾਬ ਆ ਗਈ, ਪਰ ਮੇਰੇ ਤੋਂ ਸਭ ਤੋਂ ਜ਼ਿਆਦਾ ਉਮੀਦ ਇਹ ਸੀਗੀ ਕਿ ਮੇਰੀ ਗਜ਼ਲ ਦੀ ਕਿਤਾਬ ਆਏਗੀ। ਹਾਲਾਂਕਿ ਮੇਰਾ ਐਮਫਿਲ ਦਾ ਖੋਜ ਕਾਰਜ ਵੀ ਗਜ਼ਲ ਤੇ ਮੇਰੀ ਪੀਐਚਡੀ ਵੀ, ਮੇਰਾ ਟੌਪਿਕ ਤੁਹਾਡਾ ਜਿਹੜਾ ਖੋਜ ਕਾਰਜ ਚੱਲ ਰਿਹਾ ਪੀਐਚਡੀ ਦਾ, ਉਹ ਵੀ ਗਜ਼ਲ ਤੇ ਕਰ ਰਹੇ ਹੋ ਤੁਸੀਂ? ਤੇ ਕੀ ਵਿਸ਼ਾ ਲਿਆ ਤੁਸੀਂ ਉਹਦੇ ਵਿੱਚ? ਮੇਰੇ ਐਮਫਿਲ ਵੀ ਅਮਰੀਕੀ ਪੰਜਾਬੀ ਗਜ਼ਲ, ਹਰਜਿੰਦਰ ਕੰਗ ਪੰਜਾਬੀ ਦੇ ਬਾਕਮਾਲ ਸ਼ਾਇਰ ਨੇ, ਗੀਤਕਾਰ ਨੇ, ਉਹਨਾਂ ਦੀ ਗਜ਼ਲ ਤੇ ਮੇਰਾ ਕੰਮ ਸੀ। ਜੀ, ਮੈਂ ਇਹਦੇ ਬਾਰੇ ਪਾਠਕਾਂ ਨੂੰ ਵੀ ਦੱਸਣਾ ਚਾਹੂੰਗੀ ਔਰ ਦਰਸ਼ਕਾਂ ਨੂੰ ਵੀ, ਉਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਜਿਹੜੀ ਅਮਰੀਕੀ ਗਜ਼ਲ ਹੈ ਤੇ ਪੰਜਾਬੀ ਗਜ਼ਲ ਦੇ ਵਿੱਚ ਇਹ ਕੀ ਫਰਕ ਹੈਗਾ। ਇਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਜ਼ਰੂਰ ਚਾਹੀਦੀ ਹੈ। ਜੀ, ਗਜ਼ਲ ਦੋਨਾਂ ਧਰਾਤਲਾਂ ਤੇ ਪੰਜਾਬੀ ਗਜ਼ਲ ਹੀ ਕਹਿਣਾ ਅਸੀਂ ਉਹਨੂੰ, ਪਰ ਉਹ ਇਹ ਹੈ ਕਿ ਇੱਕ ਵਖਰੇਵਿਆਂ ਦੇ ਵਿੱਚ ਸਾਡੇ ਚਿੰਤਕਾਂ ਨੇ ਉਹਨਾਂ ਨੂੰ ਇੱਕ ਵੰਡ ਕੇ ਦੇਖਣਾ ਸ਼ੁਰੂ ਕਰਤਾ ਕਿ ਵਖਰੇਵਾਂ ਕਿਹੜਾ ਜਿਹੜਾ ਪਾਠਕਾਂ ਦੀ ਨਜ਼ਰ ਅਸੀਂ ਕਰ ਸਕੀਏ। ਗਜ਼ਲ ਦੇ ਹਵਾਲੇ ਦੇ ਨਾਲ ਤਾਂ ਮੈਂ ਇਹ ਗੱਲ ਕਹੀ, ਪਰਚਿਆਂ 'ਚ ਵੀ ਇਹ ਗੱਲ ਕਹੀ ਹੈ ਕਿ ਗਜ਼ਲ ਦੇ ਹਵਾਲੇ ਦੇ ਨਾਲ ਜਿਹੜੀ ਗਲੋਬਲ ਪੱਧਰ ਤੇ ਗਜ਼ਲ ਆ ਉਹ ਇੱਕ ਤਰ੍ਹਾਂ ਦੀ ਵਿੱਚ ਰਹੀ ਆ। ਜਿਹੜੇ ਡਾਇਸਪੋਰਿਕ ਜਾਂ ਪ੍ਰਵਾਸੀ ਜਿਹੜੇ ਸਰੋਕਾਰ ਨੇ, ਉਹ ਪੰਜਾਬ ਦੇ ਵਿੱਚ ਬੈਠਾ ਸ਼ਾਇਰ ਵੀ ਉਸੇ ਤਰ੍ਹਾਂ ਦੇ ਸਰੋਕਾਰ ਕਹਿ ਰਿਹਾ। ਐਸਾ ਕਿਹੜਾ ਸਰੋਕਾਰ ਆ ਜਿਹੜਾ ਉਧਰਲੀ ਧਰਤੀ ਤੇ ਇਧਰਲੀ ਧਰਤੀ ਨੂੰ ਇੱਕੋ ਜਿਹਾ ਕਰ ਦਿੰਦਾ? ਜੀ, ਉਹ ਜਿਹੜਾ ਕੋਈ ਆਰਥਿਕਤਾ ਜਾਂ ਸਮਾਜ ਦੀ ਕੋਈ ਊਚ ਨੀਚ ਹੈ, ਜਾਂ ਕੋਈ ਸਮਾਜ ਦੀ ਵਧੀਕੀ ਹੈ, ਜਾਂ ਕੋਈ ਸਮਾਜ ਦਾ ਖਾਸ ਗੁਣ ਹੈ? ਜੀ, 1990 ਤੋਂ ਬਾਅਦ ਜਿਹੜੀਆਂ ਵਿਸ਼ਵ ਪੱਧਰ ਤੇ ਪੈਦਾ ਹੋਈਆਂ ਸਥਿਤੀਆਂ ਨੇ, ਜਾਂ ਆਪਾਂ ਕਹਿੰਦੇ ਗਲੋਬਲਾਈਜੇਸ਼ਨ, ਸੰਸਾਰੀਕਰਨ ਦੇ ਨਾਲ ਸੰਬੰਧਿਤ ਉਹ ਵਿਸ਼ੇ ਨੇ ਜਿਹੜੇ ਲਗਭਗ ਪੰਜਾਬੀ ਸ਼ਾਇਰ ਇੱਧਰੋਂ ਜਾ ਕੇ ਉੱਧਰ ਵਸੇ ਹੋਏ ਨੇ। ਤਾਂ ਹੁਣ ਜਿਹੜਾ ਬੰਦਾ ਏ, ਜਿਹੜਾ ਗਲੋਬਲ ਪੱਧਰ ਤੇ ਇੰਨਾ ਨੇੜੇ ਹੋ ਗਿਆ ਬੰਦਾ, ਅੱਜ ਤੋਂ 20 ਸਾਲ ਪਹਿਲਾਂ ਪ੍ਰਵਾਸ ਦੇ ਹੋਰ ਸੰਦਰਭ ਸੀਗੇ, ਹੁਣ ਹੋਰ ਬਦਲ ਗਏ। ਬਿਲਕੁਲ, ਉੱਥੇ ਬੈਠਾ ਬੰਦਾ 20 ਕਿੱਲੇ ਪੈਲੀ ਇੱਥੇ ਮਤਲਬ ਖੇਤੀ ਕਰ ਸਕਦਾ, ਉਹ ਆਪਣੇ ਖੇਤਾਂ ਨੂੰ ਹਰ ਰੋਜ਼ ਦੇਖ ਸਕਦਾ, ਆਪਣੇ ਘਰ ਨੂੰ ਦੇਖ ਸਕਦਾ। ਤੇ ਮੈਂ ਗਜ਼ਲ ਦੇ ਹਵਾਲੇ ਨਾਲ ਇਹ ਗੱਲ ਮਹਿਸੂਸ ਵੀ ਕੀਤੀ ਹੈ ਕਿ ਇੱਕ 2013 ਦੇ ਵਿੱਚ ਅਮਰੀਕੀ ਪੰਜਾਬੀ ਗਜ਼ਲ ਕਿਤਾਬ ਸੰਪਾਦਿਤ ਹੋਈ ਸੀ, ਉਹਦੇ ਵਿੱਚ ਡਾਕਟਰ ਸ਼ਮਸ਼ੇਰ ਮੋਹੀ ਹੋਣਾ ਨੇ ਵੀ ਇਹ ਗੱਲ ਥੋੜੀ ਜਿਹੀ ਅੰਸ਼ਕ ਰੂਪ ਚ ਕਹੀ ਸੀ ਕਿ ਕਵਿਤਾ, ਗਜ਼ਲ, ਕਹਾਣੀ, ਨਾਵਲ ਦੇ ਹਵਾਲੇ ਦੇ ਨਾਲ ਜਿਹੜੀ ਗਜ਼ਲ ਆ ਇਹਨੂੰ ਪ੍ਰਵਾਸੀ ਕਹਿਣਾ ਥੋੜਾ ਜਿਹਾ ਔਖਾ। ਹੁਣ ਕਹਾਣੀ ਤੇ ਨਾਵਲ ਨੂੰ ਅਸੀਂ ਉਸ ਪ੍ਰਵਾਸੀ
ਮਤਲਬ ਉਹ ਵਿਸ਼ੇਸ਼ਣ ਦੇ ਸਕਦੇ ਆ। ਮੈਂ ਵੀ ਇਸ ਗੱਲ ਨੂੰ ਮੰਨਦਾ ਕਿ ਜਿਹੜੀ ਸਮਕਾਲ ਦੇ ਵਿੱਚ ਲਿਖੀ ਜਾ ਰਹੀ ਵਿਸ਼ਵ ਪੱਧਰ ਤੇ ਗਜ਼ਲ ਆ ਉਹਦੇ ਸਰੋਕਾਰ ਲਗਭਗ ਇੱਕੋ ਜਿਹੇ ਹੋ ਗਏ ਨੇ। ਗੁਰਜੰਟ ਜੀ ਤੁਸੀਂ ਗਜ਼ਲ ਵੀ ਲਿਖੀ ਹੈ ਕਦੀ? ਜੀ ਮੈਂ ਚਾਹੂੰਗੀ ਕਿ ਦਰਸ਼ਕਾਂ ਦੀ ਨਜ਼ਰ ਕੀਤੀ ਜਾਵੇ, ਪਾਠਕਾਂ ਦੀ ਨਜ਼ਰ ਕੀਤੀ ਜਾਵੇ। ਜੀ ਜੀ ਤਰਨਮ ਤਰਨਮ, ਹਾਂ ਬਿਲकुल। ਮੇਰੋ ਸ਼ੰਦਾਨ ਜਦ ਵੀ ਚੇਤਿਆਂ ਦੇ ਖੋਲ ਲੈਂਦਾ ਹਾਂ। ਮੇਰੋ ਸ਼ੰਦਾਨ ਜਦ ਵੀ ਚੇਤਿਆਂ ਦੇ ਖੋਲ ਲੈਂਦਾ ਹਾਂ ਕਿ ਖੁਦ ਨੂੰ ਗੱਲ ਗਾ ਲੈਣਾ ਤੇ ਅੱਖਾਂ ਡੋਲ ਲੈਂਦਾ ਹਾਂ। ਗੁਜ਼ਰਦਾ ਹਾਂ ਜਦੋਂ ਵੀ ਮੈਂ ਪਰੇ ਬਾਜ਼ਾਰ ਵਿੱਚੋਂ ਦੀ, ਗੁਜ਼ਰਦਾ ਹਾਂ ਜਦੋਂ ਵੀ ਮੈਂ ਪਰੇ ਬਾਜ਼ਾਰ ਵਿੱਚੋਂ ਦੀ, ਹਜ਼ਾਰਾਂ ਖਾਹਿਸ਼ਾਂ ਵਿੱਚੋਂ ਜ਼ਰੂਰੀ ਟੋਲ ਲੈਂਦਾ ਹਾਂ। ਸ਼ੇਰ ਦੇਖਣਾ, ਖਫਾ ਮੇਰੇ ਹੁਨਰ ਤੋਂ ਹੋ ਗਿਆ ਹੈ ਨਗਰ ਸਾਰਾ ਹੀ, ਖਫਾ ਮੇਰੇ ਹੁਨਰ ਤੋਂ ਹੋ ਗਿਆ ਹੈ ਨਗਰ ਸਾਰਾ ਹੀ। ਮੈਂ ਰਿਸ਼ਤੇ ਨਾਪ ਲੈਂਦਾ ਹਾਂ ਜ਼ੁਬਾਨਾਂ ਤੋਲ ਲੈਂਦਾ ਹਾਂ। ਮੈਂ ਰਿਸ਼ਤੇ ਨਾਪ ਲੈਂਦਾ ਹਾਂ ਜ਼ੁਬਾਨਾਂ ਤੋਲ ਲੈਂਦਾ ਹਾਂ। ਇਹ ਸ਼ੇਰ ਕਾਫੀ ਦਿਲ ਦੇ ਨੇੜੇ ਆ। ਬਹੁਤ ਖੂਬਸੂਰਤ ਤੁਸੀਂ ਗਜ਼ਲ ਕਹੀ ਹੈ, ਕਮਾਲ ਕੀਤੀ ਹੈ। ਸੋ ਜਿਹੜੀ ਇਹ ਗਜ਼ਲ ਹੈਗੀ ਆ ਤੁਹਾਡੀ, ਇਹਦੇ ਨਾਲ ਨਾਲ ਕੁਝ ਹੋਰ ਗਜ਼ਲਾਂ ਵੀ ਲਿਖੀਆਂ ਜਾਂ ਪਹਿਲ ਇੱਥੋਂ ਹੋਈ ਹੈ ਤੁਹਾਡੀ? ਹਾਂਜੀ, ਮੈਂ ਨਜ਼ਮ, ਖੁੱਲੀ ਕਵਿਤਾ ਤੇ ਗਜ਼ਲ ਨਾਲੋਂ ਨਾਲ ਹੀ ਲਿਖਦਾ ਰਿਹਾ। ਮੇਰੀ ਕਿਤਾਬ ਦੇ ਵਿੱਚ ਜਿੰਨੀ ਵੀ ਹੁਣ ਤੱਕ ਦੀ ਕਵਿਤਾ ਉਹ ਤਕਰੀਬਨ 25 ਤੋਂ 30 ਸਾਲ ਦਾ ਮੇਰਾ ਜੀਵਨ ਅਨੁਭਵ ਤੇ ਮੈਂ ਪਹਿਲਾਂ ਵੀ ਲਿਖ ਰਿਹਾ ਸੀ। ਪਰ ਮੇਰਾ ਜਿਹੜਾ ਮੈਂ ਉਹ ਹੁੰਦਾ ਕਿ ਇੱਕ ਵੀ ਮੈਂ ਗਜ਼ਲ ਦੇ ਵਿੱਚ ਅੱਗੇ ਜਾਣਾ, ਤੁਸੀਂ ਗਜ਼ਲ ਨੂੰ ਅੱਗੇ ਵਧਣ ਲਈ ਚੁਣਿਆ, ਤੁਸੀਂ ਉੱਤੇ ਜ਼ਿਆਦਾ ਹੱਥ ਅਜ਼ਮਾਈ ਕੀਤੀ ਹੈ। ਜੀ ਜੀ ਜੀ, ਪਰ ਮੈਂ ਲਿਖ ਲਗਾਤਾਰ ਰਿਹਾ ਸੀ। ਪਰ ਮੈਂ ਤਕਰੀਬਨ 18-19 ਤੋਂ ਮੈਂ ਆਪਣੀਆਂ ਖੁੱਲੀਆਂ ਜਿਹੜੀਆਂ ਕਵਿਤਾਵਾਂ ਮੈਂ ਉਹ ਫੇਸਬੁੱਕ ਤੇ ਪਾਉਣੀਆਂ ਸ਼ੁਰੂ ਕੀਤੀਆਂ ਜਾਂ ਛਪਣੀਆਂ ਸ਼ੁਰੂ ਹੋਈਆਂ। ਤਾਂ ਉਹ ਜਿਹੜੇ ਮੇਰੇ ਸਰੋਕਾਰ ਸੀਗੇ ਉਹਨਾਂ ਨੂੰ, ਜਿਹੜੇ ਪਾਠਕ ਵਰਗ ਆ, ਉਹਨਾਂ ਨੇ ਬਹੁਤ ਚੰਗਾ ਤਕਰੀਬਨ ਪੰਜਾਬੀ ਦੇ ਵੱਡੇ ਮੈਗਜ਼ੀਨਾਂ 'ਚ ਛਪ ਚੁੱਕੀਆਂ। ਮੈਂ ਚਾਹੁੰਦੀ ਹਾਂ ਕਿ ਸਾਡੇ ਪਾਠਕਾਂ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਗੱਲ ਉੱਥੋਂ ਹੀ ਆਪਾਂ ਸ਼ੁਰੂ ਕਰੀਏ। ਹਾਂਜੀ, ਗਜ਼ਲ ਦੇ ਨਾਲ ਜੁੜਨ ਦਾ ਜਿਹੜਾ ਖਾਸ ਤੌਰ ਤੇ ਮੇਰੀ ਇੱਕ ਖਿੱਚ ਸੀ, ਉਹਦਾ ਕਾਰਨ ਵੱਡਾ ਇਹ ਵੀ ਸੀਗਾ ਕਿ ਮੈਂ ਗਾਉਂਦਾ ਸੀਗਾ। ਮੇਰੇ ਤੇ ਬੜੀ ਮਿਹਰ ਰਹੀ ਆ, ਮਤਲਬ ਕਿ ਮੈਨੂੰ ਬਹੁਤ ਜਿਵੇਂ ਗੋਡ ਗਿਫਟਡ ਚੀਜ਼ਾਂ ਸੀਗੀਆਂ, ਮੈਂ ਗਾ ਲੈਂਦਾ ਸੀ ਬਚਪਨ 'ਚ, ਹੁਣ ਵੀ ਗਾਉਣਾ। ਪਰ ਬਹੁਤ ਖੂਬਸੂਰਤ ਆਵਾਜ਼ ਹੈ। ਮੈਂ ਪੇਂਟਿੰਗ ਕਰਦਾ ਸੀਗਾ, ਮੈਂ ਸਟੇਟ ਲੈਵਲ ਤੱਕ ਪੇਂਟਿੰਗ ਕੀਤੀ, ਅੱਜ ਵੀ ਮੈਂ ਪੇਂਟਿੰਗ ਕਰਦਾ। ਤੇ ਮੈਂ ਵਧੀਆ ਐਥਲੀਟ ਸੀਗਾ, ਮੈਂ ਕਲਚਰ ਐਕਟੀਵਿਟੀ 'ਚ ਬਹੁਤ ਵਧੀਆ ਸੀਗਾ ਤੇ ਮੈਂ ਨੈਸ਼ਨਲ ਸਕਾਊਟ। ਇੰਨੀਆਂ ਸਾਰੀਆਂ ਜਿਹੜੀਆਂ ਮਤਲਬ ਗਤੀਆਂ ਵਿਧੀਆਂ ਤੁਹਾਡੀਆਂ, ਉਹਨਾਂ ਨੇ ਗੁਰਜੰਟ ਨੂੰ ਫਿਰ ਇੱਕ ਸ਼ਾਇਰ ਬਣਾਤਾ ਹੈ। ਨਹੀਂ, ਸ਼ਾਇਰ ਤਾਂ ਮੈਨੂੰ ਲੱਗਦਾ ਦੁੱਖਾਂ ਨੇ, ਜਾਂ ਮੈਂ ਬਹੁਤ ਸ਼ਰਾਰਤੀ ਬੰਦਾ ਸੀਗਾ, ਬਹੁਤ ਹੱਸਣ ਵਾਲਾ ਬੰਦਾ ਸੀਗਾ। ਪਰ ਅੱਜ ਕੱਲ ਸਭ ਤੋਂ ਜ਼ਿਆਦਾ ਜਿਹੜੇ ਮੈਨੂੰ ਫੋਨ ਕਰਦੇ ਨੇ ਲੋਕ, ਜਾਂ ਮੇਰੀ ਕਿਤਾਬ ਪੜ੍ਹ ਕੇ ਵੀ ਮੈਨੂੰ ਮਿਲਣ ਵਾਲੇ ਜਿਹੜੇ ਲੋਕ ਨੇ ਜਾਂ ਪ੍ਰਭਾਵਿਤ ਹੁੰਦੇ, ਉਹ ਮੇਰੇ ਲਈ ਦੁਆ ਕਰਦੇ ਨੇ ਕਿ ਤੁਸੀਂ ਖੁਸ਼ ਰਿਹਾ ਕਰੋ। ਪਰ ਜਿਸ ਤਰ੍ਹਾਂ ਉਮਰ ਵੱਧਦੀ ਗਈ, ਉਹ ਜਿਹੜੇ ਦੁੱਖ ਨੇ ਵੱਧਦੇ ਗਏ, ਤਾਂ ਉਹ ਤਸੀਰ, ਜ਼ਿੰਮੇਵਾਰੀਆਂ ਵੱਧਦੀਆਂ ਗਈਆਂ, ਤਾਂ ਸੁਭਾਅ ਦੀ ਜਿਹੜੀ ਤਸੀਰ ਆ ਉਹ ਬਦਲਦੀ ਗਈ, ਗਮਨੁਮਾ ਹੋ ਗਈ। ਤੇ ਮਤਲਬ ਹੁਣ ਕਈ ਵਾਰ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਵੀ ਮੈਂ ਬੋਰਿੰਗ ਲੱਗ ਰਿਹਾ ਕਿਤੇ। ਨਹੀਂ ਗੁਰਜੰਟ ਜੀ, ਮੇਰਾ ਇੱਥੇ ਸਵਾਲ ਆ ਰਿਹਾ ਮੈਨੂੰ ਕਿ ਪਾਠਕ ਵੀ ਅਕਸਰ ਇਹ ਸਵਾਲ ਕਰਦੇ ਨੇ, ਹਨਾ, ਕਿਸੇ ਵੀ ਸ਼ਾਇਰ ਨੂੰ ਜਾਂ ਲੇਖਕ ਨੂੰ ਕਿਹਾ ਜਾਂਦਾ ਕਿ
ਜੇ ਗਮ ਅੰਦਰ ਹੋਵੇ ਤਾਂ ਕਵਿਤਾ ਉਪਜਦੀ ਹੈ, ਜਾਂ ਤੁਸੀਂ ਕੋਈ ਵਧੀਕੀ ਵੇਖੀ ਹੋਵੇ, ਧੱਕੇਸ਼ਾਹੀ ਹੋਈ ਹੋਵੇ, ਕੋਈ ਐਸੀ ਚੀਜ਼ ਜਿਹੜੀ ਤੁਹਾਡੇ ਮਨ ਦੇ ਖਿਲਾਫ ਜਾ ਰਹੀ ਹੈ, ਸਮਾਜ ਦੇ ਵਿੱਚ ਤੁਹਾਨੂੰ ਟਿਕਣ ਨਹੀਂ ਦੇ ਰਹੀ ਹੈ ਨਾ, ਉੱਥੋਂ ਜਦ ਤੁਹਾਡੀ ਕਵਿਤਾ ਸ਼ੁਰੂ ਹੁੰਦੀ ਹੈ, ਤੁਸੀਂ ਕਿਹਾ ਕਿ ਤੁਸੀਂ ਗਮਜ਼ਦਾ ਹੋ ਜਾਂਦੇ ਹੋ, ਹੈ ਨਾ। ਕਾਰਨ ਕੀ ਹੈ? ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਚੀਜ਼ਾਂ ਅੱਛੀਆਂ ਨਹੀਂ ਲੱਗਦੀਆਂ, ਜਾਂ ਫਿਰ ਆਧਾਰ ਸਰੋਤ ਐਸਾ ਰਿਹਾ ਕਿ ਬਚਪਨ ਤੋਂ ਹਾਲਾਤ ਨਾਲ ਚੱਲਦੇ ਰਹੇ? ਹਾਂਜੀ, ਬਚਪਨ ਤੋਂ ਵੀ ਚੱਲ ਰਹੇ ਨੇ, ਪਰ ਕੁਝ ਲੋਕ ਹੁੰਦੇ ਨੇ ਕਿ ਤਬੀਅਤ ਉਹਨਾਂ ਦੀ ਜ਼ਿਆਦਾ ਗੰਭੀਰ, ਸੂਖਮ ਜਾਂ ਸੰਵੇਦਨਸ਼ੀਲ ਜ਼ਿਆਦਾ ਹੁੰਦੇ ਨੇ। ਮੈਨੂੰ ਮਤਲਬ ਜਰਾ ਜਿੰਨੀ ਵੀ ਜਿਹੜੀ ਚੀਜ਼ ਆ ਉਹ ਤੁਰ ਅੰਦਰ ਤੱਕ ਚਲੀ ਜਾਂਦੀ ਆ। ਇੱਕੋ ਵਰਤਾਰਾ ਮਤਲਬ ਸਾਡੇ 2 ਜਾਣੇ ਆ ਉਹਨਾਂ ਦੇ ਸਾਹਮਣੇ ਵਾਪਰ ਰਿਹਾ ਹੁੰਦਾ, ਇੱਕ ਪਰਸਨ ਨੂੰ ਉਹ ਚੀਜ਼ ਉਨੀ ਹਿੱਟ ਨਹੀਂ ਕਰਦੀ, ਮੈਨੂੰ ਕਰ ਜਾਂਦੀ ਆ। ਮੇਰੀ ਇੱਕ ਕਵਿਤਾ ਹੈ ਕਿ ਸਮਾਂ ਕਵਿਤਾ ਹੈ, ਇਲਮ ਕਵਿਤਾ, ਉਹ ਸਮਾਂ ਸੀ ਪਹਿਲਾਂ ਉਹਦਾ ਨਾਂ, ਮੈਗਜ਼ੀਨ 'ਚ ਸਮਾਂ ਕਰਕੇ ਛਪੀ ਸੀ ਪਰ ਕਿਤਾਬ ਦੇ ਵਿੱਚ ਇਲਮ। ਤਾਂ ਉਹ ਕਵਿਤਾ ਇਸ ਤਰ੍ਹਾਂ ਉਪਜੀ ਸੀਗੀ ਕਿ ਪਤਨੀ ਨੇ ਮਤਲਬ ਰੋਕ ਲਿਆ ਕਿ ਇਸ ਵਾਰ ਅਧਿਆਪਕ ਤੇ ਮਾਪਿਆਂ ਦੀ ਮਿਲਣੀ ਤੇ ਮੈਂ ਹੀ ਜਾਵਾਂ। ਤਾਂ ਉਹਦੀ ਜਿਹੜੀ ਉਹਦਾ ਬੀਜ ਫੁੱਟਿਆ ਸੀਗਾ, ਮੈਂ ਪਟਿਆਲੇ ਯੂਨੀਵਰਸਿਟੀ ਤੋਂ ਬਾਹਰ ਨਿਕਲਿਆ, ਉੱਥੇ ਮਹਿਤਾ ਸਵੀਟ ਦੇ ਇੱਧਰ ਸੱਜੇ ਪਾਸੇ ਇੱਕ ਮੋਚੀ ਸੀਗਾ, ਉਸ ਮੋਚੀ ਤੋਂ ਕੋਈ ਬੱਚੇ ਦੇ ਵੀ ਬੂਟ ਗੰਢਾ ਆ ਰਿਹਾ ਸੀ, ਬੜੇ ਛੋਟੇ ਛੋਟੇ ਬੂਟ ਸੀ। ਤੇ ਉਹ ਮੈਂ ਸੋਚ ਰਿਹਾ ਸੀ ਕਿ ਕੋਈ ਇੰਨਾ ਗਰੀਬ ਹੋ ਸਕਦਾ, ਬੱਚੇ ਨੂੰ ਅਸੀਂ ਬੂਟ ਲੈ ਕੇ ਦੇ ਦਿੰਨੇ ਆ ਜੀ, ਨਿੱਕੇ ਨਿੱਕੇ, ਮਤਲਬ ਕੋਈ ਇੰਨਾ, ਪਰ ਉਹਨਾਂ ਦੀ ਐਸੀ ਕਿਹੜੀ ਮਜਬੂਰੀ ਬਣ ਗਈ? ਹਾਂਜੀ। ਤਾਂ ਉੱਥੋਂ ਉਸ ਕਵਿਤਾ ਨੇ ਜਨਮ ਲਿਆ ਕਿ ਉਹਦੇ ਵਿੱਚ ਜਿਹੜਾ ਬੱਚਾ ਹੈ, ਉਹਦੇ ਵਿੱਚ ਕਾ ਪਾਤਰ ਮੇਰਾ ਬੇਟਾ ਹੈ, ਤਾਂ ਉਹ ਆਪਣੀ ਮਤਲਬ ਚੱਪਲ ਨੂੰ ਮਾਂ ਦੀ ਜਿਹੜੀ ਮਸ਼ੀਨ ਦੀ ਸੂਈ ਟੁੱਟੀ ਆ ਉਹਦੇ ਵਿੱਚ ਦੀ ਆਰ ਪਾਰ ਕਰਕੇ ਉਹ ਪੈਣ ਜੋਗਰੀ ਕਰ ਲੈਂਦਾ। ਉਹਦੇ ਵਿੱਚ ਫਿਰ ਇਲਮ ਇਹੀ ਆ ਕਿ ਮੈਨੂੰ ਪਤਾ ਲੱਗ ਗਿਆ ਮੇਰਾ ਬੇਟਾ ਹੁਣ ਜੇ ਉਹਨੇ ਵੱਦਰ ਪਾ ਕੇ ਉਹ ਸੂਈ ਪਾ ਕੇ ਪੈਣ ਜੋਗਰੀ ਕਰ ਲਈ ਆ ਚੱਪਲ, ਹੁਣ ਮੇਰੀ ਇਹਨੂੰ ਕੋਈ ਲੋੜ ਨਹੀਂ ਉੱਥੇ ਮਿਲਣੀ ਤੇ ਜਾਣ ਦੀ, ਇਲਮ ਇਹਦੇ ਕੋਲ ਆ ਗਿਆ। ਜ਼ਿੰਦਗੀ ਦੇ ਨਾਲ ਕਹਿੰਦੇ ਹੁੰਦੇ ਟੱਕਰਾ ਲੈਣ ਦਾ, ਸੰਘਰਸ਼ਾਂ ਦੇ ਨਾਲ ਅੜ ਕੇ ਖੜਨ ਦਾ ਜਿਹੜਾ ਹੈਗਾ ਉਹਨੂੰ ਤਜਰਬਾ ਹੋ ਗਿਆ। ਜੀ ਜੀ, ਬਹੁਤ ਖੂਬਸੂਰਤ ਗੱਲ ਹੈ। ਅੱਛਾ ਗੁਰਜੰਟ ਜੀ, ਜਦੋਂ ਤੁਸੀਂ ਕਵਿਤਾ ਲਿਖਦੇ ਹੋ ਬਹੁਤ ਸਾਰਾ ਆਸ-ਪਾਸ ਦਾ ਮਾਹੌਲ ਹੁੰਦਾ, ਵਾਤਾਵਰਨ ਹੁੰਦਾ ਜਿਹੜਾ ਕਵੀ ਨੂੰ ਬਾਰ-ਬਾਰ ਕਹਿੰਦੇ ਹੁੰਦੇ ਆ ਕਿ ਚਿਣਗ ਲਾ ਦਿੰਦਾ ਹੈ, ਉਹ ਆਪਾਂ ਜਿੱਦਾਂ ਗੱਲ ਕੀਤੀ ਹੈ। ਪਰ ਇਸ ਵਕਤ ਜਿਹੜੇ ਗੁਰਜੰਟ ਨੇ ਹੈ ਨਾ, ਕਵਿਤਾ ਲਿਖਦੇ ਨੇ, ਗਜ਼ਲ ਵੀ ਲਿਖਦੇ ਨੇ, ਚਿੰਤਕ ਵੀ ਨੇ, ਕਵਿਤਾ ਨੂੰ ਲੈ ਕੇ ਚਿੰਤਾ ਵੀ ਜ਼ਾਹਿਰ ਕਰਦੇ ਨੇ ਕਿ ਸਾਹਿਤ ਦੇ ਵਿੱਚ ਕੀ ਹੋ ਰਿਹਾ, ਸਾਹਿਤ 'ਚ ਨਵਾਂ ਕੀ ਹੋਣਾ ਚਾਹੀਦਾ ਹੈ। ਤੁਹਾਡੇ ਲਈ ਕਵਿਤਾ ਕੀ ਹੈ? ਇਹ ਹੋ ਸਕਦਾ ਇਹ ਸਿਰਫ ਮੇਰੀ ਆਪਣਾ ਹੀ ਮੰਨਣਾ ਤੇ ਇਹ ਗੱਲ ਮੇਰੇ ਤੇ ਹੀ ਲਾਗੂ ਹੁੰਦੀ ਹੋਵੇ। ਮੈਂ ਸੋਚਦਾ ਹੁੰਦਾ ਕਿ ਜਿਹੜੀ ਕਵਿਤਾ ਹੈ ਕਿ ਕਵਿਤਾ ਕਿਸੇ ਵੀ ਜਿਹੜੀ ਮੂਕ ਚੀਜ਼ ਆ, ਵਰਤਾਰਾ, ਧਿਰ ਜਾਂ ਕੋਈ ਵਿਸ਼ੇਸ਼ ਚਿੰਨ੍ਹ ਵਸਤੂ ਵੀ ਹੋ ਸਕਦੀ ਆ, ਕੋਈ ਉਸ ਮੂਕ ਦੀ ਆਵਾਜ਼ ਆ, ਪਰ ਉਸ ਆਵਾਜ਼ ਦੀ ਜਿਹੜੀ ਰੈਲੇਵੈਂਸੀ ਹੈਗੀ ਆ ਉਹ ਸਮਾਜ ਨਾਲ ਹੋਣੀ ਚਾਹੀਦੀ ਆ। ਜਿਹੜੀ ਵੀ ਚੀਜ਼ ਨੂੰ ਆਵਾਜ਼ ਬਣ ਰਹੀ ਆ, ਕਵਿਤਾ ਬਣ ਰਹੀ ਆ ਨਾ ਆਵਾਜ਼, ਤਾਂ ਉਹਦਾ ਇੱਕ ਸਮਾਜਿਕ ਸਰੋਕਾਰ ਹੋਣਾ ਜ਼ਰੂਰੀ ਆ। ਅੱਜ ਤੋਂ 10 ਸਾਲ ਪਹਿਲਾਂ, 20 ਸਾਲ ਪਹਿਲਾਂ ਕਵਿਤਾ ਦੀ ਵੱਖਰੇ ਵੱਖਰੇ ਸਮੇਂ ਦੇ ਵਿੱਚ, ਮੱਧਕਾਲ ਦੇ ਵਿੱਚ ਹੋਰ ਪਰਿਭਾਸ਼ਾ ਦਿੱਤੀ ਜਾ ਸਕਦੀ ਸੀਗੀ, ਪਰ ਅਜੋਕੇ ਸਮੇਂ ਦੇ ਵਿੱਚ ਜਿਹੜੀ ਕਵਿਤਾ ਸਮਾਜਿਕ ਸਰੋਕਾਰਾਂ ਤੋਂ ਵਿਛਿੰਨੀ ਹੋਈ ਆ, ਮੈਂ ਉਹਨੂੰ ਕਵਿਤਾ ਦੇ ਘੇਰੇ ਦੇ ਵਿੱਚ ਨਹੀਂ ਮੰਨਦੇ ਤੁਸੀਂ? ਨਹੀਂ ਮੰਨਦਾ ਮੈਂ। ਇਸ ਤੋਂ ਪਹਿਲਾਂ ਹਾਂ, ਕਵਿਤਾ ਦੇ ਵੱਖ-ਵੱਖ ਸਰੋਕਾਰ, ਇਹ ਤੁਹਾਡੇ ਨਿੱਜੀ ਵਿਚਾਰ ਹੈਗੇ, ਪਰ ਜਿਹੜਾ ਸਾਹਿਤ ਲਈ ਹੈ ਨਾ ਚਿੰਤਕ ਹੋਵੇ, ਸਾਹਿਤ ਲਈ ਗੰਭੀਰ ਹੋਵੇ, ਸੰਜੀਦਾ ਹੋਵੇ, ਉਹਨਾਂ ਨੂੰ ਲੱਗਦਾ ਹੁੰਦਾ ਕਿ ਜੇ ਸਾਹਿਤ ਦਾ ਉਹ ਰੂਪ ਹੈਗਾ, ਰਵਾਇਤੀ ਰੂਪ ਆ, ਤਾਂ ਉਹਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਜਿਹੜੀਆਂ ਅੱਜ ਕੱਲ੍ਹ ਕਵਿਤਾਵਾਂ ਆ ਰਹੀਆਂ, ਨੌਜਵਾਨ ਪੀੜ੍ਹੀ ਆ ਜਿਹੜੀ ਸੋਸ਼ਲ ਮੀਡੀਆ ਤੇ ਆਪਣੀਆਂ ਕਵਿਤਾਵਾਂ ਲਿਖ ਕੇ ਪਾ ਰਹੀ ਹੈ, ਕਈ ਕਵਿਤਾਵਾਂ ਅਸੀਂ ਵੇਖਦੇ ਹਾਂ ਕਿ ਉਹ ਗਿਣਤੀ ਦੇ ਵਿੱਚ ਜ਼ਿਆਦਾ ਹੈਗੀਆਂ ਨੇ, ਉਹਨਾਂ ਦੇ ਵਿੱਚ ਗੁਣ ਨਹੀਂ ਹੈਗਾ ਉਹਨਾਂ, ਜਾਂ ਕਹਿ ਦਈਏ ਉਹ ਉਸ ਪੱਖ ਦੀਆਂ ਹੈ ਨਹੀਂ ਗੀਆਂ, ਤਾਂ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਕਿ ਉਹ ਵਾਕਈ ਸਾਹਿਤ ਨੂੰ ਢਾਲ ਆ ਰਹੀਆਂ ਨੇ? ਮੈਂ ਤਾਂ ਹਮੇਸ਼ਾ, ਮੈਂ ਬਚਪਨ ਤੋਂ, ਚਲੋ ਥੋੜਾ ਜਿਹਾ ਮੈਂ ਸਮਾਂ ਇਹਦੇ ਚ ਵੱਧ ਲੱਗ ਸਕਦਾ, ਮੈਂ ਮਤਲਬ ਮੈਂ ਉਹੀ ਗੱਲ ਕਹਿ ਸਕਦਾ ਜੋ ਮੈਂ ਆਪ ਹੰਡਾਈ ਆ, ਜਾਂ ਮੈਂ ਜੇ ਪੜ੍ਹਿਆ ਲਿਖਿਆ ਤਾਂ ਮੈਂ ਮਤਲਬ ਕਹਿ ਸਕਦਾ ਕਿਸੇ ਨੂੰ ਪੜ੍ਹਨ ਦੇ ਲਈ। ਜੇਕਰ ਮੈਂ ਖੁਦ ਨਹੀਂ ਪੜ੍ਹਿਆ ਤਾਂ ਮੈਂ ਕਿਸੇ ਨੂੰ ਨਹੀਂ ਕਹਿ ਸਕਦਾ। ਤਾਂ ਮੇਰੇ ਨਾਲ ਜਿਹੜੇ ਵਾਬਸਤਾ ਜਿਨ੍ਹਾਂ ਦਾ ਹੈ, ਮੈਂ ਉਹਨਾਂ ਨੂੰ ਪਹਿਲੀ ਗੱਲ ਇਹੀ ਆ ਕਿ ਮਤਲਬ ਪਾਠਕ ਹੋਣਾ ਸਾਡਾ ਬੇਹੱਦ ਲਾਜ਼ਮੀ ਆ। ਜਦੋਂ ਅਸੀਂ ਨੱਕੋ ਨੱਕ ਭਰੇ ਹੋਵਾਂਗੇ ਪੜ੍ਹ ਕੇ, ਤੇ ਆਪਣੇ ਆਪ ਹੀ ਕਵਿਤਾ ਦਾ ਜਿਹੜਾ ਆਪ ਮੁਹਾਰਾ ਹੜ ਹੈ ਉਹ ਆਉਣ ਲੱਗ ਪੈਂਦਾ। ਕਵਿਤਾ ਹੀ ਨਹੀਂ, ਨਾਵਲ, ਕਹਾਣੀ, ਜੋ ਵੀ ਤੁਸੀਂ ਕੋਈ ਵੀ ਰਚਨਾ ਤੁਹਾਡੀ, ਉਹਦਾ ਹੜ ਆਉਂਦਾ ਹੈ। ਜੀ ਜੀ, ਮਤਲਬ ਉਹਨੂੰ ਕਈ ਵਾਰ ਅਸੀਂ ਆਮਦ ਕਹਿ ਦਿੰਨੇ ਆ, ਪਰ ਪਹਿਲੇ ਪੱਧਰ ਤੇ ਜਿਹੜਾ ਹੈ ਕੋਈ ਨਾ ਕੋਈ ਚੀਜ਼ ਫੁੱਟਦੀ ਆ। ਗਜ਼ਲ ਦੇ ਕਈ ਵਾਰ ਇੱਕ ਸ਼ੇਰ ਕੋਈ ਹਿੱਟ ਕਰਦਾ, ਉਸ ਤੋਂ ਬਾਅਦ ਦੇ ਵਿੱਚ
ਮਤਲਬ ਉਹਦੀ ਇੱਕ ਕਰਾਫਟਿੰਗ ਵੀ ਕਰਨੀ ਪੈਂਦੀ ਆ, ਕਵਿਤਾ ਦੀ ਵੀ ਕਰਨੀ ਪੈਂਦੀ ਆ, ਬਿਨਾਂ ਸ਼ੱਕ ਇੱਕ ਕਵੀ ਦੀ ਪ੍ਰੈਕਟਿਸ ਵੀ ਹੋ ਜਾਂਦੀ ਆ। ਤੇ ਬਾਕੀ ਗੱਲ ਇਹ ਆ ਕਿ ਜਿਸ ਤਰ੍ਹਾਂ ਦੀ ਨਵੀਂ ਕਵਿਤਾ ਆ ਰਹੀ ਉਹ ਚਿੰਤਨ ਤੋਂ ਪਾਸੇ ਦੀ ਕਵਿਤਾ ਹੈ, ਬਿਲਕੁਲ ਉਹਦੇ ਪਿੱਛੇ ਜਿਹੜੀ ਘਾਲਣਾ ਹੈ ਉਹ ਘੱਟ ਆ। ਇੱਕ ਜਿਹੜਾ ਬਾਜ਼ਾਰ ਨੇ ਜਾਂ ਫੇਸਬੁੱਕ ਉਹਦੇ ਇੰਸਟਾਗ੍ਰਾਮ ਬਾਜ਼ਾਰੀਕਰਨ ਹੋ ਰਿਹਾ ਸਾਹਿਤ ਦਾ, ਮਸ਼ਹੂਰੀ ਦਾ ਜਿਹੜਾ ਉਹ ਵੱਧ ਗਿਆ ਸਾਰਾ, ਆਪਣੇ 'ਚ ਇੱਕ ਹੋੜ ਆ ਗਈ ਆ ਮਸ਼ਹੂਰੀ ਦੀ। ਮੈਂ ਹਮੇਸ਼ਾ ਹੀ, ਹੁਣ ਮੈਂ ਕਵੀ ਦਰਬਾਰਾਂ ਤੇ ਜਾਣਾ ਕਿ ਉੱਥੇ ਕੀ ਹੁੰਦਾ ਕਿ ਮਤਲਬ ਮੈਂ ਪਹਿਲਾਂ ਹੀ ਮਾਫੀ ਮੰਗ ਲੈਣਾ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ ਇਸ ਗੱਲ ਤੇ ਜੇ ਕਿਸੇ ਨੂੰ ਬੁਰੀ ਲੱਗੇ ਤਾਂ। ਮੈਂ ਗੁਰਜੰਟ ਜੀ ਤੁਹਾਡੀ ਇਸ ਗੱਲ ਦੇ ਨਾਲ ਗੱਲ ਜੋੜੂੰਗੀ ਕਿ ਅੱਜ ਕੱਲ ਜਿਹੜੇ ਕਵੀ ਦਰਬਾਰ ਹੋ ਰਹੇ ਆ, ਅਸੀਂ ਦੇਖਦੇ ਹਾਂ ਕਿ ਕਵੀ ਦਰਬਾਰਾਂ ਤੋਂ ਬਾਅਦ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾਂਦੀਆਂ ਕਿ ਉੱਥੇ ਇਹ ਚੀਜ਼ ਸਹੀ ਨਹੀਂ ਸੀ। ਕਦੇ ਕਦੇ ਲੱਗਦਾ ਕਿ ਕਵਿਤਾ ਨਿਗਾਰ ਵੱਲ ਜਾ ਰਹੀ ਹੈ, ਕੀ ਇਹ ਗੱਲ ਸੱਚੀ ਹੈ? ਦੋਨੋਂ ਚੀਜ਼ਾਂ ਹੀ ਨੇ। ਬਹੁਤ ਚੰਗੀ ਕਵਿਤਾ ਵੀ ਆ ਰਹੀ ਆ ਤੇ ਬਹੁਤ ਮਾੜੀ ਕਵਿਤਾ ਵੀ ਆ ਰਹੀ ਆ। ਤਾਂ ਉਹਦੇ ਵਿੱਚ ਜਿੱਥੇ ਮਾੜੀ ਆ ਰਹੀ ਆ ਉੱਥੇ ਮੈਨੂੰ ਲੱਗਦਾ ਕਿ ਜਿਹੜੇ ਸਥਾਪਿਤ ਬੰਦੇ ਨੇ ਜਾਂ ਸਥਾਪਿਤ ਕਵੀ ਨੇ, ਸਥਾਪਿਤ ਚਿੰਤਕ ਨੇ, ਉਹਨਾਂ ਨੂੰ ਥੋੜਾ ਜਿਹਾ ਸੰਵੇਦਨਸ਼ੀਲ ਹੋਣਾ ਚਾਹੀਦਾ, ਚਿੰਤਤ ਹੋਣਾ ਚਾਹੀਦਾ। ਉਹਨਾਂ ਦੇ ਨਾਲ ਜਿੰਨੇ ਵੀ, ਮੈਂ ਵੀ ਨਵਾਂ, ਮੈਂ ਆਪਣੇ ਆਪ ਨੂੰ ਅੱਜ ਵੀ ਨਵਾਂ ਸ਼ਾਇਰੀ ਸਮਝਦਾ, ਮੈਂ ਉਮਰ ਭਰ ਸਿੱਖਦਾ ਰਹਿਣਾ। ਤੇ ਪਰ ਇਹਦੇ ਵਿੱਚ ਇਹ ਹੈ ਕਿ ਥੋੜਾ ਜਿਹਾ ਮੈਨੂੰ ਪਾਠਕਾਂ ਤੋਂ, ਚਿੰਤਕਾਂ ਤੋਂ ਇੱਕ ਉਹ ਪ੍ਰਵਾਨਗੀ ਮਿਲ ਗਈ ਕਿ ਗੁਰਜੰਟ ਵੀ ਤੂੰ ਠੀਕ ਆ ਕੁਛ, ਹੈ ਨਾ। ਤੇ ਉੱਥੇ ਇਹ ਹੈ ਕਿ ਮੰਨ ਲਓ ਕੋਈ ਕਵੀ ਦਰਬਾਰ ਹੋਇਆ, ਕਵੀ ਸੱਦੇ ਜਾਂਦੇ ਨੇ, ਜਿੰਨੇ ਨਵੇਂ ਮੁੰਡੇ ਕੁੜੀਆਂ ਲਿਖ ਰਹੇ ਨੇ ਉਹ ਆਉਂਦੇ ਨੇ, ਤਾਂ ਉਹਨਾਂ ਤੋਂ ਵਿਸ਼ੇਸ਼ ਤੌਰ ਤੇ ਟਿੱਪਣੀ ਕਰਵਾਈ ਜਾਂਦੀ ਹੈ ਕਿਸੇ ਸ਼ਾਇਰ ਤੋਂ ਜਾਂ ਕਿਸੇ ਚਿੰਤਕ ਤੋਂ। ਪਹਿਲੀ ਗੱਲ ਇਹ ਹੈ ਕਿ ਜੇਕਰ ਅਸੀਂ 20 ਜਾਣਿਆਂ ਨੂੰ ਬੁਲਾਉਣੇ ਆ ਤਾਂ ਉਹਨਾਂ ਦੇ ਵਿੱਚੋਂ ਜਦੋਂ ਅਸੀਂ ਉਹਨਾਂ ਦੀਆਂ ਰਚਨਾਵਾਂ ਸੁਣਨ ਤੋਂ ਬਾਅਦ ਇਹ ਗੱਲ ਕਹਿ ਦਿੰਨੇ ਆ ਕਿ ਤੁਹਾਡੇ ਵਿੱਚ ਉਹ ਗੱਲ ਨਹੀਂ ਹੈਗੀ, ਤਾਂ ਉਹਨਾਂ ਨੂੰ ਬੁਲਾ ਕੇ ਬੇਇੱਜ਼ਤੀ ਕਰਨਾ, ਉਹ ਜਿਹੜਾ ਕੋਈ ਨਵਾਂ, ਇੱਕ ਤਰ੍ਹਾਂ ਦੀ ਕਹਿ ਦੋ ਕੋਈ ਸਾਹਿਤ ਦੀ ਵੀ ਤੋਹੀਨ ਹੈ ਨਾ। ਜੇ ਕੋਈ ਸਿੱਖਣ ਲਈ ਆ ਰਿਹਾ ਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਜੇਕਰ ਕੋਈ ਕਿਸੇ ਵਿੱਚ ਸੰਭਾਵਨਾਵਾਂ ਵੀ ਨੇ, ਹੋ ਸਕਦਾ ਉਹਦੇ ਤੋਂ ਸਟੇਜ ਤੇ ਵਧੀਆ ਪਰਫਾਰਮ ਨਾ ਕੀਤਾ ਜਾਵੇ, ਉਹ ਹੋ ਸਕਦਾ ਉਸ ਤੋਂ ਬਾਅਦ ਕੋਈ ਕਵੀ ਦਰਬਾਰ ਤੇ ਨਾ ਜਾਵੇ, ਉਹ ਲਿਖਣਾ ਛੱਡੇ ਜਾਂ ਢਹਿੰਦੀ ਕਲਾ 'ਚ ਜਾਵੇ। ਇੱਕ ਤਾਂ ਇਹ ਹੈਗੀ ਆ ਕਿ ਅਸੀਂ ਟਿੱਪਣੀਆਂ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਕਿ 10 ਕਵੀ ਆਏ, ਉਹਨਾਂ ਨੂੰ ਸੁਣਿਆ ਤੇ ਉਸ ਤੋਂ ਬਾਅਦ ਟਿੱਪਣੀ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਕਈ ਵਾਰ ਹੁੰਦਾ ਕਿ ਕਿਸੇ ਵਿਸ਼ੇਸ਼ ਇੱਕ ਕਵੀ ਨੂੰ ਉਭਾਰ ਦਿੱਤਾ ਜਾਂਦਾ। ਜਦੋਂ ਅਸੀਂ ਕਿਸੇ ਇੱਕ ਕਵੀ ਨੂੰ ਉਭਾਰ ਰਹੇ ਹਾਂ ਤਾਂ 10 ਦੇ ਵਿੱਚੋਂ 9 ਕਵੀਆਂ ਨੂੰ ਅਸੀਂ ਜ਼ੀਰੋ ਕਰ ਰਹੇ ਹਾਂ। ਅੱਜ ਕੱਲ ਜਿਹੜਾ ਕਵਿਤਾ ਦਾ ਦੌਰ ਹੈਗਾ ਬਿਲਕੁਲ ਵੱਖਰਾ ਹੋ ਗਿਆ, ਕੁਝ ਰੁਝਾਨ ਵੀ ਨਵੇਂ ਆ ਰਹੇ ਆ, ਵੇਖਣ ਨੂੰ ਮਿਲ ਰਹੇ ਆ, ਕਿਤੇ ਕਿਤੇ ਲੱਗਦਾ ਕਵਿਤਾ ਨਿਗਾਰ ਵੱਲ ਜਾ ਰਹੀ ਹੈ। ਇਹਦਾ ਹੱਲ ਕੀ ਹੋ ਸਕਦਾ ਹੈ? ਮੈਂ ਉਸੇ ਗੱਲ ਨੂੰ ਹੀ ਉਹ ਨਿਰੰਤਰ ਕਰਦਾ ਕਿ ਫਿਰ ਕੀ ਹੋਣਾ ਚਾਹੀਦਾ। ਜਿਹੜੇ ਸਾਡੇ ਸਥਾਪਿਤ ਆਲੋਚਕ ਨੇ ਜਾਂ ਸਥਾਪਿਤ ਕਵੀ ਨੇ, ਉਹ ਇਸ ਤਰ੍ਹਾਂ ਹੋ ਸਕਦਾ ਕਿ ਉਹ ਅਸੀਂ ਪ੍ਰੋਗਰਾਮਾਂ ਦੇ ਵਿੱਚ ਟਿੱਪਣੀਆਂ ਨਾ ਦਈਏ। ਇੱਕ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਲਿਖੀਆਂ ਜਾਣ ਜਿੱਥੇ ਜਿੰਨੇ ਵੀ ਕਵੀ ਆ ਰਹੇ ਨੇ ਉਹ ਸਿੱਖਣ ਹੀ ਆਉਣ, ਉਹਨਾਂ ਨੂੰ ਆਪਣੀਆਂ ਕਮੀਆਂ ਉਹ ਨਾਲ ਲੈ ਕੇ ਆਉਣਗੇ। ਉੱਥੇ ਉਹਨਾਂ ਨੂੰ ਇਹ ਨਹੀਂ ਹੋਏਗਾ ਕਿ ਅਸੀਂ ਸੁਣਾਉਣ ਚੱਲੇ ਆ, ਕਿਸੇ ਇੱਕ ਨੂੰ ਉਭਾਰ ਦਿੱਤਾ ਜਾਊਗਾ, ਬਾਕੀਆਂ ਨੂੰ ਨਿਗਾਰ ਦਿੱਤਾ ਜਾਊਗਾ ਜਾਂ ਉਹਨੂੰ ਖਤਮ ਕਰ ਦਿੱਤਾ ਜਾਊਗਾ। ਤਾਂ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਕਿ ਉਹ ਵਰਕਸ਼ਾਪਾਂ ਲਾਈਆਂ ਜਾਣ, ਗਜ਼ਲ ਦੀਆਂ ਵਰਕਸ਼ਾਪਾਂ, ਜਿਹੜੇ ਗਜ਼ਲ ਦੇ ਮਾਹਰ ਬੰਦੇ ਨੇ। ਗੁਰਜੰਟ ਜੀ, ਮੈਨੂੰ ਇੱਕ ਸਵਾਲ ਯਾਦ ਆ ਰਿਹਾ, ਮੇਰੇ ਬਾਰ-ਬਾਰ ਜ਼ਿਹਨ 'ਚ ਆ ਰਿਹਾ ਕਿ ਕਈਆਂ ਨੂੰ ਲੱਗਦਾ ਕਿ ਸ਼ਾਇਦ ਇਹ ਇੱਕ ਤਰ੍ਹਾਂ ਦਾ ਵੀ ਟਾਈਮ ਬਰਬਾਦ ਕਰਨ ਵਾਲਾ ਕੰਮ ਹੈ ਕਿ ਅਸੀਂ ਵਰਕਸ਼ਾਪ ਤੇ ਕਿਉਂ ਜਾਈਏ। ਤੁਹਾਨੂੰ ਕੀ ਲੱਗਦਾ ਇੱਕ ਕਵਿਤਾ ਲਿਖਣ ਵਾਲੇ ਨੂੰ ਸਭ ਤੋਂ ਪਹਿਲਾਂ, ਲਿਖਣ ਤੋਂ ਵੀ ਪਹਿਲਾਂ ਪੜ੍ਹਨਾ ਲਾਜ਼ਮੀ ਹੈ ਉਹਦੇ ਲਈ? ਜੀ, ਬੇਹੱਦ ਲਾਜ਼ਮੀ ਆ, ਬੇਹੱਦ ਲਾਜ਼ਮੀ ਆ। ਮੈਨੂੰ ਤਾਂ ਬੇਹੱਦ ਲਾਜ਼ਮੀ ਹੀ ਲੱਗਦਾ, ਕਿਉਂਕਿ ਲਿਖਣ ਜੋ ਸਾਡੇ ਅੰਦਰ ਹੈ ਉਹੀ ਨਿਕਲ, ਤੁਹਾਡੀ ਜਿਹੜੀ ਉਹ ਗੱਲ ਹੈ ਸ਼ੇਪ ਤੁਹਾਡੇ ਅਨੁਭਵ ਨੇ ਦੇਣੀ ਆ। ਤੁਹਾਡੀ ਗੱਲ ਉਹ ਜਿਹੜੀ ਕਿ ਨੱਕੋ ਨੱਕ ਭਰੇ ਹੋਵਾਂਗੇ ਤਾਂ ਅੱਗੇ ਕੁਝ ਨਿਕਲਣਾ। ਜੀ ਜੀ ਜੀ, ਬਿਲਕੁਲ। ਮੇਰੇ ਸਰੋਕਾਰ ਨੇ, ਮੈਂ ਆਪਣੇ ਆਪ ਤੋਂ ਹੀ, ਮੈਂ ਆਪਣੇ ਅਨੁਭਵ ਤੋਂ ਗੱਲ, ਮੇਰੀ ਜਿੰਨੀ ਕਿਤਾਬ 'ਚ ਕਵਿਤਾ ਹੈ ਉਹ ਸਾਰੀ ਅਨੁਭਵ ਦੀ ਕਵਿਤਾ ਹੈ। 30 ਸਾਲਾਂ ਦਾ ਅਨੁਭਵ ਜਿੰਨਾ ਵੀ ਹੁਣ ਤੱਕ ਮੈਂ ਹੰਡਾਇਆ, ਮੈਂ ਪੜ੍ਹਿਆ, ਬੇਹੱਦ ਪੜ੍ਹਿਆ, ਪਰ ਉਹਦੇ ਵਿੱਚੋਂ ਜਿਸ ਤਰ੍ਹਾਂ ਵੀ ਸ਼ੇਪ ਲੈਣੀ ਸੀ ਉਸ ਤਰ੍ਹਾਂ ਦੀ ਸ਼ੇਪ ਆਪਣੇ ਆਪ ਉਹ ਸਾਹਿਤ ਦੀ ਇੱਕ ਵਿਧਾ ਲੈ ਲੈਂਦੀ ਹੈ। ਕਿਉਂਕਿ ਹੁੰਦਾ ਕਿਹਾ ਜਾਂਦਾ ਕਿ ਜਿਹੜੇ ਹੱਡੀ ਹੰਡਾਈ ਚੀਜ਼ ਹੋਵੇ ਤੁਹਾਡੀ, ਉਹ ਤੁਹਾਡੀ ਰਚਨਾ ਦੇ ਵਿੱਚ ਤੁਹਾਡੇ ਨਾਲ ਨਾਲ ਚੱਲਦੀ ਹੈ, ਉਹ ਤੁਹਾਡੇ ਤੋਂ ਕਦੇ ਵੱਖ ਨਹੀਂ ਹੋ ਸਕਦੀ। ਤੁਹਾਡੀ ਮੈਂ ਇੱਕ ਕਵਿਤਾ ਪੜ੍ਹੀ ਹੈ ਸੱਤੂ, ਹਨ, ਉਹ ਬਹੁਤ ਖੂਬਸੂਰਤ ਕਵਿਤਾ, ਜਿਹਦੇ ਵਿੱਚ ਔਰਤ ਦੀ ਆਜ਼ਾਦੀ ਦੀ ਜਿਹੜੀ ਗੱਲ ਹੈਗੀ ਉਹ ਚੱਲ ਰਹੀ ਹੈ, ਹਨ। ਤਾਂ ਉਹਦੇ ਵਿੱਚ ਜਿਹੜਾ ਕਵੀ ਦਾ ਬਿਆਨ ਹੈਗਾ ਉਹ ਕਿਸ ਤਰ੍ਹਾਂ ਸੱਤੂ ਦੀ ਜਿਹੜੀ ਭੈਣ ਹੈਗੀ ਆ ਉਹਨੂੰ ਵੇਖ ਰਿਹਾ, ਬੇਟੀ। ਹਾਂ, ਇਹ ਸਵਾਲ ਮੈਨੂੰ ਪਹਿਲਾਂ ਵੀ ਹੋਇਆ ਤੇ ਮੈਂ ਜਦੋਂ ਕਿਤਾਬ ਨੂੰ ਫਾਈਨਲ ਕਰ ਰਿਹਾ ਸੀਗਾ ਉਦੋਂ ਵੀ ਮੇਰੇ ਜ਼ਿਹਨ ਦੇ ਵਿੱਚ ਇਹ ਸਵਾਲ ਸੀ ਕਿ ਇਹ ਸਵਾਲ ਮੈਨੂੰ ਹੋਣਾ ਹੀ ਹੋਣਾ। ਤਾਂ ਉਹਦੇ ਵਿੱਚ ਇਹ ਹੈ ਕਿ ਆਪਾਂ ਜਦੋਂ ਦੇਖਦੇ ਹਾਂ ਕਿਸੇ ਵੀ ਸਮਾਜ ਦੇ ਲਈ ਇੱਕ ਬਿਲਕੁਲ ਮਜ਼ਦੂਰ ਤਬਕਾ, ਇੱਕ ਮੱਧ ਵਰਗ, ਇੱਕ ਅਲੀਟ ਵਰਗ, ਠੀਕ ਹੈ, ਇਹਨਾਂ ਤਿੰਨਾਂ ਦੇ ਸਰੋਕਾਰ ਵਿਆਹ ਨੂੰ ਲੈ ਕੇ, ਆਜ਼ਾਦੀ ਨੂੰ ਲੈ ਕੇ ਤੇ ਤਲਾਕ ਨੂੰ ਲੈ ਕੇ ਵੱਖੋ ਵੱਖਰੇ ਹੋਣਗੇ। ਅਰਬਾਜ਼ ਖਾਨ ਤੇ ਮਲਾਇਕਾ ਦੇ ਲਈ ਤਲਾਕ
ਹੋਰ ਚੀਜ਼ ਹੈ, ਵੱਖਰੀ ਚੀਜ਼ ਆ, ਮਨੋਰੰਜਨ ਵੀ ਹੋ ਸਕਦਾ ਉਹਨਾਂ ਦੇ ਲਈ, ਜਾਂ ਬਿਲਕੁਲ ਵੱਖਰੀ ਚੀਜ਼ ਇੱਕ ਨਿਮਨ ਵਰਗ ਦੇ ਵਿੱਚ ਆ ਕੇ ਇਹ ਚੀਜ਼ ਜਿਹੜੀ ਹੈਗੀ ਹੈ ਸਾਡੇ ਜਿਹੜੀ ਸੁਸਾਇਟੀ ਦੀਆਂ ਬਹੁਤ ਸਾਰੀਆਂ ਬੰਦਿਸ਼ਾਂ ਆ ਜਾਂਦੀਆਂ ਨੇ। ਜੀ ਬੰਦਿਸ਼ਾਂ ਆ ਜਾਂਦੀਆਂ ਨੇ। ਤੇ ਵਿਆਹ ਇੱਕ ਮਜ਼ਦੂਰ ਬੰਦੇ ਦੇ ਲਈ ਉਹਦੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਜਾਂ ਵਿਆਹ ਕਰਨਾ, ਜਾਂ ਉਹ ਬਿਲਕੁਲ ਵੱਖਰੀਆਂ ਚੀਜ਼ਾਂ ਨੇ। ਸੱਤੂ ਨਜ਼ਮ ਦੇ ਵਿੱਚ ਵੀ ਮੈਨੂੰ ਪਹਿਲਾਂ ਵੀ ਸਵਾਲ ਹੋਇਆ ਕਿ ਮੈਂ ਸੋਚਦਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜੀ ਧੀ ਆ ਸੱਤੂ ਦੀ, ਉਹ ਪੜਨ ਜਾ ਕਿੱਥੋਂ ਰਹੀ ਆ, ਜਿੱਥੇ ਪੜਨ ਦੀ ਕੋਈ ਪਰੰਪਰਾ ਨਹੀਂ ਹੈਗੀ। ਉਹ ਧੀ ਉਦੋਂ ਹੀ ਆਜ਼ਾਦ ਹੋ ਗਈ ਸੀ ਜਿਸ ਦਿਨ ਸੱਤੂ ਨੇ ਵਿਹੜੇ 'ਚ ਲੱਡੂ ਵੰਡਦੇ ਸੀਗੇ, ਜਿਸ ਦਿਨ ਸੱਤੂ ਨੇ ਲੋਹੜੀ ਮਨਾਤੀ ਸੀ ਉਹਦੀ। ਗੁਰਜੰਟ ਜੀ, ਮੈਂ ਤੁਹਾਡੀ ਗੱਲ ਦੇ ਵਿੱਚ ਗੱਲ ਐਡ ਕਰਨਾ ਚਾਹੂੰਗੀ ਕਿ ਜੇ ਇੱਕ ਗਰੀਬ ਦੇ ਘਰ ਧੀ ਪੈਦਾ ਹੁੰਦੀ ਹੈ, ਕਿ ਉਹਨਾਂ ਕੋਲ ਸਾਰੇ ਹੱਕ ਹੁੰਦੇ ਆ, ਉਹਨਾਂ ਨੂੰ ਜਿਉਣ ਦਾ ਹੱਕ ਤਾਂ ਹੈ, ਪਰ ਸਮਾਜ ਉਹਨਾਂ ਨੂੰ ਜਿਉਣ ਨਹੀਂ ਦੇਣਾ ਚਾਹੁੰਦਾ। ਜੀ ਜੀ ਜੀ। ਸ਼ਾਇਦ ਜਿਹੜਾ ਸੱਤੂ ਕਵਿਤਾ ਉਹ ਇਹੀ ਦਰਸਾਉਂਦੀ ਹੈ, ਹਨਾ। ਸੱਤੂ ਦੀ ਬੇਟੀ ਜਦੋਂ ਜੰਮਦੀ ਹੈ ਤਾਂ ਉਹਨੇ ਲੱਡੂ ਵੰਡ ਕੇ ਉਹਨੂੰ ਆਜ਼ਾਦ ਕਰਤਾ। ਜੀ ਜੀ ਜੀ। ਤੇ ਫਿਰ ਅੱਗੇ ਦਾ ਵਰਤਾਰਾ ਕੀ ਹੁੰਦਾ? ਜੀ, ਅੱਗੇ ਮੈਂ ਇਹ ਗੱਲ ਕਹਿਣਾ ਕਿ ਸਾਡੇ ਆਸ-ਪਾਸ ਜਿਹੜੀਆਂ ਵਿਰੋਧੀ ਪ੍ਰਸਥਿਤੀਆਂ ਨੇ ਹਮੇਸ਼ਾ ਹੀ ਬਣੀਆਂ ਰਹਿੰਦੀਆਂ ਨੇ, ਪਰ ਉਹਦੇ ਵਿੱਚੋਂ ਅਸੀਂ ਆਪ ਨਿਕਲਣਾ ਹੁੰਦਾ। ਆਪੋ ਦੀਵੋ ਭਵੋ, ਹਨਾ। ਸਾਨੂੰ ਘੱਟੋ ਘੱਟ ਮਜ਼ਦੂਰ ਨੂੰ ਆਪਣਾ ਦੀਵਾ ਆਪੇ ਹੀ ਬਾਲਣਾ ਪਊਗਾ। ਇਸੇ ਕਰਕੇ ਮੈਂ ਸੱਤੂ ਨਾਲੋਂ ਵੱਡੀ ਜ਼ਿੰਮੇਵਾਰੀ ਧੀ ਦੀ ਸਮਝਦਾ ਸੀਗਾ। ਤੇ ਧੀ ਨੂੰ ਮਤਲਬ ਖੁਆਇਸ਼ਾਂ ਠੀਕ ਹੈ, ਸੱਤੂ ਨੂੰ ਖੁਆਇਸ਼ਾਂ ਉਹਦੇ ਤੋਂ ਆਸ ਹੈ। ਕਿਰਤੀ ਤੁਹਾਡੇ ਲਈ ਇੱਕ ਕ੍ਰਾਂਤੀਕਾਰੀ ਹੈ। ਜੀ ਜੀ ਜੀ। ਮਤਲਬ ਮੈਂ ਇਸੇ ਕਰਕੇ ਜਿਹੜੇ ਮਨੁੱਖ ਦੀ ਗੱਲ ਕੋਈ ਨਹੀਂ ਕਰਦਾ, ਮੈਂ ਉਸ ਮਨੁੱਖ ਦੀ ਗੱਲ ਪਰ ਇਹ ਗੱਲ ਅਜੇ ਤੱਕ ਮਤਲਬ ਮੇਰੀ ਕਵਿਤਾ ਦੀ ਆਲੋਚਨਾ 'ਚ ਸਿਰਫ 2 ਬੰਦਿਆਂ ਨੇ ਕੀਤੀ ਹੈ ਕਿ ਮੇਰੀ ਕਵਿਤਾ ਦੇ ਵਿੱਚ ਪਿੰਡ ਆ, ਪਿੰਡ ਦੇ ਆਮ ਸਧਾਰਨ ਬਿਲਕੁਲ ਨਤਾਣੇ ਲੋਕ ਨੇ, ਪਰ ਉਹਨਾਂ ਆਮ ਸਮਾਜਿਕ ਸਰੋਕਾਰਾਂ ਦੀਆਂ ਪਰਤਾਂ ਦੇ ਹੇਠ ਜਿਹੜੇ ਮੱਧ ਵਰਗ ਤੋਂ ਲੈ ਕੇ ਸ਼ਹਿਰ ਤੋਂ ਲੈ ਕੇ ਵਿਸ਼ਵ ਤੱਕ ਦੇ ਵਰਤਾਰੇ ਲੁਕੇ ਹੋਏ ਨੇ। ਛੋਟੇ ਛੋਟੇ ਜਿਹੜੇ ਵਰਤਾਰੇ ਹੈਗੇ ਆ, ਤੁਹਾਡੀ ਨਵੀਂ ਪਲੇਠੀ ਕਿਤਾਬ ਆਈ ਆ ਸੁਲਗ ਦੇ ਸਫ਼ਰ, ਤੁਸੀਂ ਇਹਦੇ ਵਿੱਚ ਸਾਰਾ ਕੁਝ ਸਾਂਝਾ ਕੀਤਾ ਹੋਇਆ। ਤੇ ਜਿਹੜੀ ਹੁਣ ਜਿਵੇਂ ਸੱਤੂ ਦੀ ਗੱਲ ਕੀਤੀ ਆ, ਹਨਾ, ਸੱਤੂ ਦੀ ਬੇਟੀ ਦੀ ਗੱਲ ਹੋ ਰਹੀ ਹੈ, ਹਨਾ। ਉਸ ਤੋਂ ਬਿਨਾਂ ਹੋਰ ਜਿੰਨੇ ਵੀ ਸਾਡੇ ਉਸ ਸਮਾਜ ਦੇ ਵਿੱਚ ਜਿਹੜੇ ਜਿਉਣਾ ਚਾਹੁੰਦੇ ਨੇ, ਪਰ ਸਮਾਜ ਉਹਨਾਂ ਨੂੰ ਉਸ ਢੰਗ ਨਾਲ ਜਿਉਣ ਨਹੀਂ ਦਿੰਦਾ, ਹੈਨਾ। ਕਿਤਾਬ 'ਚ ਕਵਿਤਾ ਹੈ ਮਾੜੂ ਦੀ ਪਾਲੋ, ਤੁਸੀਂ ਪੜ੍ਹੀ? ਪਾਲੋ 2 ਲਾਈਨਾਂ ਤੁਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰਿਓ। ਕਾਫੀ ਲੰਬੀ ਕਵਿਤਾ, ਬਸ ਉਹਨਾਂ ਦੀਆਂ 2 ਸਤਰਾਂ ਸਾਨੂੰ ਇਸ ਹਿਸਾਬ ਨਾਲ ਸੁਣਾ। ਮੈਂ ਉਹਦਾ ਅੰਤ ਸੁਣਾ ਦਿੰਨਾ ਕਿ ਉਹ ਕਹਿੰਦੀ ਕਿ ਮੈਂ ਪਾਲੋ ਦੇ ਧਵਾਂਖੇ ਰੰਗ ਤੇ ਸਰੀਰ ਕਰੰਗ ਨੂੰ ਦੇਖ ਸਮਝ ਲਿਆ ਹੈ ਉਸਦਾ ਚਿਹਰਾ ਮੋਰਾ ਜਿਹਾ ਅੰਦਰਲਾ ਜੋ ਵੀ ਚੱਲ ਰਿਹਾ। ਉਹਨੇ ਜਵਾਬ ਦਿੱਤਾ ਕਿ ਬਾਈ ਰੱਬ ਦੇ ਰੰਗ ਨੇ, ਪਰ ਮੈਂ ਸਮਝ ਗਿਆ ਹਾਂ ਇਹ ਰੰਗ ਰੱਬ ਦੇ ਨਹੀਂ, ਹਾਲਾਤਾਂ ਦੇ ਨੇ। ਇਹਦੇ ਪਿੱਛੇ ਇਹ ਆ ਕਿ ਉਹਨੂੰ ਕਿੱਥੇ ਨੌਕਰੀ ਮਿਲੀ, ਕਿਉਂ ਮਿਲੀ, ਵਰਤਾਰੇ ਦੀਆਂ ਖੇਡਾਂ। ਹਾਂਜੀ, ਉਹਦਾ ਸਭ ਤੋਂ ਪਹਿਲਾਂ ਦੇਖਿਆ ਗਿਆ ਜਵਾਨ ਆ, ਸੋਹਣੀ ਆ, ਉਹਨੂੰ ਸਰਦਾਰਾਂ ਨੇ ਆਫਰ ਕੀਤਾ। ਉਹ ਸਾਰੀ ਜਦੋਂ ਉਹਦੀ ਜਿਹੜੀ ਜਵਾਨੀ ਆ ਉਹ ਨਹੀਂ ਰਹੀ ਤਾਂ ਉਹ ਆਪਣੇ ਉਸੇ ਮਿੰਦੋ ਦੇ ਘਰ ਚ ਆ। ਉਹ ਮਤਲਬ ਇਹੀ ਹੁੰਦਾ ਕਿ ਇਹੀ ਜਦੋਂ ਤੀਕਰ ਕਵਿਤਾ ਜਿਹੜਾ ਬਾਜ਼ਾਰ ਆ, ਉਸ ਬਾਜ਼ਾਰ ਦੀ ਜਿਹੜੀ ਤਾਸੀਰ ਹੈਗੀ ਉਹ ਪਿੰਡ ਦੇ ਬੰਦਿਆਂ ਦੇ ਜ਼ਿਹਨ ਦੇ ਵਿੱਚ ਲੈ ਚੁੱਕੀ ਆ। ਬਾਜ਼ਾਰ ਪਿੰਡ ਦੇ ਲੋਕਾਂ ਦੀ ਜ਼ਿਹਨੀਅਤ ਦੇ ਵਿੱਚ ਵੜ ਚੁੱਕਾ ਹੈ, ਪਰ ਉਹਦਾ ਜਿਹੜਾ ਬਾਜ਼ਾਰ ਜਿਹੜਾ ਸ਼ਹਿਰ 'ਚ ਵੀ ਮਜ਼ਦੂਰ ਦੀ ਉਹੀ ਦਸ਼ਾ ਹੈ, ਤਾਂ ਪਿੰਡ 'ਚ ਵੀ ਮਜ਼ਦੂਰ ਦੀ ਅੱਜ ਉਹੀ ਦਸ਼ਾ ਹੈ। ਬਾਜ਼ਾਰ ਨੇ ਜਿਹੜਾ ਖਾਸ ਤੌਰ ਤੇ ਲੋਕਾਂ ਦੇ ਜਿਹੜਾ ਜ਼ਿਹਨ ਦੇ ਵਿੱਚ ਘਰ ਕਰਤਾ, ਤੇ ਉਹ ਇਸੇ ਕਰਕੇ ਬਾਜ਼ਾਰ ਦੇ ਵਿੱਚ ਸਾਧਨ ਸੰਪੰਨ ਜਿਹੜਾ ਮੇਰੇ ਵਰਗਾ ਬੰਦਾ, ਉਹਨੂੰ ਇਹ ਗੱਲ ਪੁੱਛੀ ਜਾਂਦੀ ਕਿ ਵੈਸੇ ਤੁਸੀਂ ਕੌਣ ਹੁੰਨੇ ਹੋ। ਤੁਹਾਡੀ ਕਵਿਤਾ ਵੀ ਹੈ ਜੀ, ਵੈਸੇ ਤੁਸੀਂ ਕੌਣ। ਹਾਲਾਂਕਿ ਮੈਨੂੰ ਕਈ ਦੋਸਤ, ਅਗਰ ਕੋਈ ਸਮਾਜ ਦੇ ਵਿੱਚ ਨਿਜ਼ਾਮ ਦੇ ਖਿਲਾਫ ਡਟ ਕੇ ਸਵਾਲ ਕਰਦਾ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਕੌਣ ਹੁੰਨੇ ਹੋ, ਕਿ ਉਹਨਾਂ ਦਾ ਕੋਈ ਹੱਕ ਨਹੀਂ ਹੈ ਸਮਾਜ ਦੇ ਵਿੱਚ ਹੁੰਦੀਆਂ ਵਧੀਕੀਆਂ ਨੂੰ ਰੋਕਣ ਲਈ ਜਾਂ ਉਹਨਾਂ ਦਾ ਸਵਾਲ ਜਵਾਬ ਪਤਾ ਕਰਨ ਲਈ। ਜੀ, ਸੱਤਾ ਦੇ ਪ੍ਰਤੀ ਨਾਬਰੀ ਤਾਂ ਬਿਲਕੁਲ, ਮਤਲਬ ਤੁਸੀਂ ਇੱਕ ਕਵਿਤਾ ਲਿਖੋ ਤੇ ਤੁਹਾਨੂੰ ਦੂਜੇ ਦਿਨ ਨੋਟੀਫਿਕੇਸ਼ਨ ਆ ਜਾਏਗਾ। ਤੁਸੀਂ ਕਵਿਤਾ ਲਿਖੋ ਸੱਤਾ ਦੇ ਖਿਲਾਫ, ਸਰਕਾਰ ਦੇ ਖਿਲਾਫ, ਪਿੱਛੇ ਜੇ ਹੋਇਆ ਹੀ ਆ ਕਿ ਮਤਲਬ ਬਹੁਤ ਸਾਰੇ ਪਰਚੇ ਹੋ ਵੀ ਰਹੇ ਨੇ ਇਸ ਤਰ੍ਹਾਂ ਦੇ, ਪਰ ਇੱਕ ਜਿਹੜਾ ਕਵੀ ਆ ਖਾਸ ਤੌਰ ਤੇ ਉਹਦੇ ਇੱਕ ਸਮਾਜਿਕ ਜਿਹੜੇ ਸਰੋਕਾਰਾਂ ਦੇ ਨਾਲ ਇਸ ਤਰ੍ਹਾਂ ਜੁੜਿਆ ਹੋਣਾ ਚਾਹੀਦਾ ਹੈ ਉਹ। ਤਾਂ ਮੈਨੂੰ ਇਸ ਗੱਲ ਦੇ ਨਾਲ ਮੰਨ ਲਓ ਕਿ ਮੇਰੀ ਕੋਈ ਸੱਤਾ ਦੇ ਜਿਹੜੇ ਵਿਰੁੱਧ ਕਵਿਤਾ ਹੋਵੇ ਤਾਂ ਮੈਨੂੰ ਇਹਦੇ ਵਿੱਚ ਕੋਈ ਝਿਜਕ ਨਹੀਂ, ਨਾ ਲਿਖਣ ਦੇ ਵਿੱਚ ਤੇ ਨਾ ਮੈਨੂੰ ਪੋਸਟ ਕਰਨ ਦੇ ਵਿੱਚ ਤੇ ਨਾ। ਗੁਰਜੰਟ ਜੀ, ਇੱਕ ਸ਼ਾਇਰ ਹੋਣ ਦੇ, ਲੇਖਕ ਹੋਣ ਦੇ ਨਾਤੇ ਤੁਸੀਂ ਚਿੰਤਕ ਵੀ ਹੋ, ਸਮਝਦੇ ਹੋ, ਵਰਤਾਰਿਆਂ ਦੇ ਨਾਲ ਤੁਹਾਡਾ ਵਾਬਸਤਾ ਰਿਹਾ, ਹਨਾ। ਤਾਂ ਕੋਈ ਸੰਦੇਸ਼ ਹੋਵੇ ਜਿਹੜਾ ਤੁਸੀਂ ਆਪਣੇ ਪਾਠਕਾਂ ਲਈ ਜਾਂ ਫਿਰ ਜਿਹੜੇ ਨਵੇਂ ਲੇਖਕ ਨੇ ਉਹਨਾਂ ਲਈ।
ਨਹੀਂ, ਮੈਂ ਸੰਦੇਸ਼ ਦੇਣ ਜੋਗਾ ਤਾਂ, ਕਿਉਂਕਿ ਮੈਂ ਨਵੇਂ ਲੇਖਕਾਂ ਚੋਂ ਹੀ ਮੈਂ ਉਹਨਾਂ ਦੇ ਨਾਲ ਹੋ ਸਕਦਾ ਮੈਂ ਇੱਕ ਕਦਮ ਅੱਗੇ ਹੋਵਾਂ, ਪਰ ਮੈਂ ਜਿਹੜੀ ਗੱਲ ਬਚਪਨ ਤੋਂ ਮੈਂ ਮਹਿਸੂਸਦਾ ਆ ਰਿਹਾ, ਜੋ ਮੈਂ ਤਨ ਤੇ ਹੰਡਾਈ, ਇੱਕ ਤਾਂ ਮੈਂ ਖਾਸ ਤੌਰ ਤੇ ਜਿਹੜੇ ਗਰੀਬ ਤਬਕੇ ਦੇ ਵਿੱਚੋਂ ਮੈਂ ਆਪਣੀ ਕਿਤਾਬ ਜਿਹੜੀ ਸਾਡੀ ਸੰਪਾਦਿਤ ਕੀਤੀ ਸੀ ਕਿਤਾਬ, ਉਹ ਅਸੀਂ ਸਮਰਪਣ ਕੀਤਾ ਸੀ ਕਿ ਨਵੀਂ ਪੀੜ੍ਹੀ ਨੂੰ ਗਿਆਨਵਾਨ ਕਰਨ ਦੇ ਲਈ ਜੂਝਦੇ ਮਜ਼ਦੂਰਾਂ ਦੇ ਨਾਮ ਕੀਤੀ। ਮਤਲਬ ਤੁਸੀਂ ਉਹ ਸਾਰੀ ਗੱਲ ਉਹਦੇ ਚ ਨਿਪਟਾਤੀ? ਜੀ, ਨਿਪਟਾਤੀ। ਜਿਹੜੇ ਮੇਰੇ ਨਾਲ ਮੇਰੇ ਵਰਗੇ ਜਿਹੜੇ ਨਵੇਂ ਮੁੰਡੇ ਕੁੜੀਆਂ ਤੁਰੇ ਹੋਏ ਨੇ, ਗਰੀਬ ਘਰਾਂ 'ਚ ਉੱਠੇ ਹੋਏ ਨੇ, ਪੜ੍ਹ ਲਿਖ ਰਹੇ ਨੇ, ਤਾਂ ਉਹ ਨਾਲੋਂ ਨਾਲ ਜਿਵੇਂ ਅਸੀਂ ਮਿਹਨਤ ਕਰਦੇ ਹਾਂ ਤਾਂ ਸਾਨੂੰ ਪਿਛਾਂਹ ਮੁੜ ਕੇ ਨਹੀਂ ਦੇਖਣਾ ਚਾਹੀਦਾ ਕਿ ਸਾਨੂੰ ਹੋ ਸਕਦਾ ਅਸੀਂ ਜਿਸ ਰਾਹ ਤੇ ਪੈ ਗਏ ਹਾਂ ਫਿਰ ਸਾਨੂੰ ਮੰਜ਼ਿਲ ਦਿਖਣੀ ਚਾਹੀਦੀ। ਜੀ ਜੀ ਬਿਲਕੁਲ। ਤੇ ਉਹਦੇ ਨਾਲ ਸਾਨੂੰ ਆਮ ਲੋਕਾਂ ਤੋਂ ਦੁੱਗਣੀ ਤਿੱਗਣੀ ਮਿਹਨਤ ਕਰਨੀ ਪਊਗੀ। ਸਾਨੂੰ ਪੜ੍ਹਾਈ ਦੇ ਨਾਲ ਕੰਮ ਵੀ ਕਰਨਾ ਪਊਗਾ। ਮੈਂ ਮਤਲਬ 17 ਤੱਕ ਪੇਂਟਰ ਦਾ ਕੰਮ ਕੀਤਾ ਲਗਾਤਾਰ 17-18 ਸਾਲ। ਮਤਲਬ ਤੁਸੀਂ ਸੰਘਰਸ਼ ਦੇ ਨਾਲ ਨਾਲ ਆਪਣੇ ਆਪ ਨੂੰ ਇੱਕ ਕਵੀ ਦੇ ਤੌਰ ਤੇ ਸਥਾਪਿਤ ਕਰ ਲਿਆ, ਜਾਂ ਤੁਸੀਂ ਉਸ ਸਫ਼ਰ ਦੇ ਵਿੱਚ ਹੈਗੇ ਹੋ ਹਲੇ, ਤੁਹਾਡਾ ਜਿਹੜਾ ਸਫ਼ਰ ਹੈ ਸੁਲਗਦਾ ਹੈ ਨਾ। ਸੋ ਗੁਰਜੰਟ ਜੀ, ਤੁਸੀਂ ਸਾਡੇ ਨਾਲ ਜਿਹੜਾ ਗੱਲਾਂ ਦਾ ਰਾਬਤਾ ਰੱਖਿਆ, ਸਾਡੇ ਨਾਲ ਸੋਹਣੀ ਗੱਲਬਾਤ ਕੀਤੀ ਹੈ। ਪਾਠਕਾਂ ਦੇ ਨਾਲ ਜਿਹੜੇ ਕੁਝ ਸਵਾਲ ਸੀਗੇ ਉਹ ਵੀ ਆਪਾਂ ਤੁਹਾਡੀ ਗੱਲਬਾਤ ਦੇ ਜ਼ਰੀਏ ਉਹਨਾਂ ਨੂੰ ਦੱਸਿਆ। ਸੋ ਸਾਹਿਤਕ ਤੰਦਾਂ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਗੁਰਜੰਟ ਰਾਜਿਆਣੀ ਜੀ ਨੇ ਸਾਹਿਤਕ ਸਾਂਝ ਪਾਈ ਹੈ, ਕਵਿਤਾ ਬਾਰੇ ਗੱਲ ਕੀਤੀ ਹੈ, ਸਮਾਜ ਦੀਆਂ ਉਹਨਾਂ ਨੁੱਕਰਾਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਤੋਂ ਅਸੀਂ ਹਜੇ ਵਾਕਿਫ ਨਹੀਂ ਹੋਏ। ਇਸ ਪ੍ਰੋਗਰਾਮ ਦੇ ਸੰਬੰਧੀ ਤੁਹਾਡੇ ਕੋਲ ਕੋਈ ਸੁਝਾਅ ਹੋਵੇ ਜਾਂ ਤੁਹਾਡਾ ਕੋਈ ਸੁਨੇਹਾ ਹੋਵੇ ਤਾਂ ਤੁਸੀਂ info@justbroadcasting.com ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਹੁਣ ਮੈਨੂੰ ਤੇ ਗੁਰਜੰਟ ਰਾਜਿਆਣਾ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਬਹੁਤ ਸ਼ੁਕਰੀਆ।